ਕੈਨ ਪੰਜਾਬ ਮੀਡੀਆ ਤੇ ਤੁਹਾਨੂੰ ਵੈਲਕਮ ਕਹਿੰਦੇ ਹਾਂ। ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਪੇਸ਼ ਆ ਅੱਜ ਦੀਆਂ ਖਬਰਾਂ ਕੈਨੇਡਾ ਤੋਂ, ਭਾਰਤ ਤੋਂ ਤੇ ਵਿਸ਼ਵ ਭਰ ਤੋਂ। ਖਬਰਾਂ ਪੇਸ਼ ਕਰਨ ਤੋਂ ਪਹਿਲਾਂ ਆਪ ਜੀ ਨਾਲ ਦੋ ਵਿਚਾਰਾਂ ਦੀ ਸਾਂਝ ਪਾਉਣੀ ਚਾਹਾਂਗੇ ਕਿ ਕੈਨ ਪੰਜਾਬ ਮੀਡੀਆ ਨੂੰ ਤੁਹਾਡੇ ਵੱਲੋਂ ਦਿੱਤੇ ਗਏ ਪਿਆਰ ਲਈ ਬਹੁਤ ਬਹੁਤ ਧੰਨਵਾਦ। ਤੁਹਾਡਾ ਇਹ ਜਿਹੜਾ ਸਹਿਯੋਗ ਹੈ, ਇਹੀ ਸਾਡਾ ਜਿਹੜਾ ਉਤਸ਼ਾਹ ਆ ਸਾਡੇ ਕੰਮ ਕਰਨ ਦਾ। ਕੈਨ ਪੰਜਾਬ ਮੀਡੀਆ ਦੇ ਚੈਨਲ ਨੂੰ ਜੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਦਾ ਹੋਵੇ ਤਾਂ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਜੇ ਤੁਹਾਨੂੰ ਕੁਝ ਚੰਗੀ ਵਿੱਚ ਇੰਪਰੂਵਮੈਂਟ ਜਾਂ ਤੁਹਾਡਾ ਕੋਈ ਵਿਚਾਰ ਹੋਵੇ, ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ। ਟਿੱਪਣੀਆਂ ਦੇ ਰੂਪ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਵਾਗਤ ਹੋਏਗਾ। ਉਹਦੇ ਮੁਤਾਬਕ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਅਗਲੀ ਰੂਪਰੇਖਾ ਵਾ ਉਹ ਤਿਆਰ ਕਰਾਂਗੇ। ਸੋ ਕੈਨ ਪੰਜਾਬ ਮੀਡੀਆ ਦੇ ਅਸੀਂ ਕੁਝ ਹੋਰ ਵੀ ਸੈਗਮੈਂਟ ਤਿਆਰ ਕਰਨ ਦੀ ਸੋਚ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਉਹ ਸਾਰੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ। ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀ ਅਹਿਮ ਖਬਰ ਹੈਗੀ ਆ ਕਿ ਭਾਰਤ ਨੂੰ ਜਾਣ ਵਾਲੇ ਜਿਹੜੇ ਅੰਤਰਰਾਸ਼ਟਰੀ ਯਾਤਰੀ ਹੈਗੇ ਆ ਕੈਨੇਡਾ ਤੋਂ, ਉਹਨਾਂ ਦੀ ਏਅਰਪੋਰਟਾਂ 'ਤੇ ਕਾਫੀ ਖੱਜਲ ਖੁਆਰੀ ਹੋ ਰਹੀ ਆ ਅਤੇ ਉਹਨਾਂ ਨੂੰ ਕਈ ਯਾਤਰੀਆਂ ਨੂੰ ਉੱਥੋਂ ਬਰੰਗ ਵਾਪਸ ਪਰਤਣਾ ਪਿਆ ਆ। ਇਹਦੇ ਸੰਬੰਧ ਵਿੱਚ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੇ ਹਾਂ ਤਾਂ ਕਿ ਏਅਰਪੋਰਟ 'ਤੇ ਜਾ ਕੇ ਜਿੰਨੇ ਵੀ ਯਾਤਰੀ ਹੈਗੇ ਕੈਨੇਡਾ ਦੇ ਜਿਹੜੇ ਭਾਰਤ ਨੂੰ ਜਾਣ ਵਾਲੇ ਆ, ਉਹਨਾਂ ਦੀ ਖੱਜਲ ਖੁਆਰੀ ਤੋਂ ਉਹ ਬਚ ਸਕਣ। ਪਹਿਲੀ ਜਿਹੜੀ ਇਹ ਗੱਲ ਹੈਗੀ ਇਹਦੇ ਵਿੱਚ ਕਿ ਕੁਛ ਦਸਤਾਵੇਜ਼ ਜਿਹੜੇ ਅੰਤਰਰਾਸ਼ਟਰੀ ਯਾਤਰੀਆਂ ਕੋਲ ਪੂਰੇ ਨਹੀਂ ਹੁੰਦੇ, ਜਿਹਦੀ ਵਜ੍ਹਾ ਕਰਕੇ ਉੱਥੇ ਉਹਨਾਂ ਨੂੰ ਦਿੱਕਤ ਆਉਂਦੀ ਹੈਗੀ ਆ। ਜਾਂ ਕਈ ਵਾਰੀ ਅਸੀਂ ਇਹ ਸੋਚਦੇ ਹਾਂ ਕਿ ਜਿੱਦਾਂ ਆਮ ਹਾਲਾਤਾਂ ਦੇ ਵਿੱਚ ਅਸੀਂ ਇਹ ਸੋਚਦੇ ਹਾਂ ਕਿ ਬੋਰਡਿੰਗ ਕਰਨੀ ਆ, ਏਅਰਪੋਰਟ 'ਤੇ ਜਾ ਕੇ ਕੁਛ ਡਾਕੂਮੈਂਟ ਚਾਹੀਦਾ ਆ, ਅਸੀਂ ਉੱਥੇ ਤਿਆਰ ਕਰ ਲਾਂਗੇ। ਲੇਕਿਨ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਅੱਜ ਦੀ ਸਿਚੁਏਸ਼ਨ ਅਜੇ ਵੀ ਇੱਦਾਂ ਦੀ ਹੈਗੀ ਆ ਕਿ ਕੋਵਿਡ ਕਰਕੇ ਏਅਰਪੋਰਟਾਂ ਦੇ ਉੱਪਰ ਜਿਹੜੀ ਬੋਰਡਿੰਗ ਹੈਗੀ ਆ ਉਹਦੇ ਬੜੇ ਸਪੈਸ਼ਲ ਜਿਹੜੀਆਂ ਆ ਪ੍ਰੋਸੀਜਰ ਅਪਣਾਇਆ ਜਾ ਰਿਹਾ, ਜਿਹਦੀ ਵਜ੍ਹਾ ਕਰਕੇ ਆਮ ਹਾਲਾਤਾਂ ਨਾਲੋਂ ਦੁੱਗਣਾ ਟਾਈਮ ਲੱਗਦਾ ਆ। ਉਹ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਸਮਾਂ ਰੱਖ ਕੇ ਏਅਰਪੋਰਟ 'ਤੇ ਜਾਣਾ ਚਾਹੀਦਾ। ਲੇਕਿਨ ਏਅਰਪੋਰਟ ਜਾਣ ਤੋਂ ਪਹਿਲਾਂ ਕੁਝ ਵਿਸ਼ੇਸ਼ ਗੱਲਾਂ ਹੈਗੀਆਂ ਜਿਹਦੇ ਸੰਬੰਧੀ ਸਾਨੂੰ ਧਿਆਨ ਦੇਣਾ ਬਣਦਾ ਤਾਂ ਜੋ ਸਾਡੀ ਏਅਰਪੋਰਟ 'ਤੇ ਖੱਜਲ ਖੁਆਰੀ ਨਾ ਹੋਵੇ। ਇਹਦੇ ਸੰਬੰਧ ਵਿੱਚ ਕੋਈ ਲੋੜੀਂਦੇ ਦਸਤਾਵੇਜ਼ ਹੈਗੇ ਆ ਜਿਨ੍ਹਾਂ ਦਾ ਸਾਨੂੰ ਓਰੀਜਨਲ ਅਸਲੀ ਰੂਪ 'ਚ ਉਹਨਾਂ ਨੂੰ ਨਾਲ ਲੈ ਕੇ ਜਾਣਾ ਹੁੰਦਾ ਆ। ਜਿਹੜੇ ਓਰੀਜਨਲ ਡਾਕੂਮੈਂਟ ਹੈਗੇ ਉਹਨਾਂ ਵਿੱਚ ਪਾਸਪੋਰਟ ਪਹਿਲੇ ਨੰਬਰ 'ਤੇ ਹੈਗਾ, ਟਿਕਟ ਤੁਹਾਡੇ ਕੋਲ ਹੋਣੀ ਚਾਹੀਦੀ ਆ, ਕੋਵਿਡ ਦਾ ਨੈਗੇਟਿਵ ਰਿਪੋਰਟ ਤੁਹਾਡੇ ਕੋਲ ਬਕਾਇਦਾ ਅਪਰੂਵਡ ਲੈਬ ਦੀ ਹੋਣੀ ਚਾਹੀਦੀ ਆ ਜਿਹੜੀ ਵੈਬਸਾਈਟ 'ਤੇ ਦੱਸੀ ਹੋਈ ਆ। ਇਸ ਤੋਂ ਇਲਾਵਾ ਇੱਕ ਵੈਕਸੀਨੇਸ਼ਨ ਦਾ ਸਬੂਤ ਪ੍ਰੋਪਰ ਕਿ ਤੁਸੀਂ ਜਿਹੜੀ ਪ੍ਰੋਪਰ ਵੈਕਸੀਨੇਸ਼ਨ ਜਿਹੜੀ ਆ WHO ਤੋਂ ਅਪਰੂਵਡ ਵੈਕਸੀਨੇਸ਼ਨ ਲਵਾਈ ਹੋਈ ਆ, ਉਹਦਾ ਪ੍ਰੂਫ ਰਿਸੀਪਟ ਤੁਹਾਡੇ ਕੋਲ ਪ੍ਰਿੰਟ ਆਊਟ ਹੋਣੀ ਚਾਹੀਦੀ ਆ। ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਜਿਨ੍ਹਾਂ ਨੇ ਇੰਡੀਆ ਜਾਣਾ ਆ ਉਹਨਾਂ ਦੇ ਲਈ ਸੁਵਿਧਾ ਵੈਬਸਾਈਟ ਹੈ ਉਹਨਾਂ ਦੀ ਹੈਗੀ ਆ। ਸੁਵਿਧਾ ਦੇ ਉੱਪਰ ਜਾ ਕੇ ਤੁਸੀਂ ਇੰਡੀਆ ਦੀ ਵੈਬਸਾਈਟ 'ਤੇ ਜਾ ਕੇ ਕੰਸੂਲੇਟ 'ਤੇ ਜਾ ਕੇ ਉੱਥੇ ਤੁਸੀਂ ਇੱਕ ਫਾਰਮ ਡੈਕਲੇਰੇਸ਼ਨ ਫਾਰਮ ਹੈਗਾ ਜਿਹਨੂੰ ਐਲਾਨਨਾਮਾ ਫਾਰਮ ਬੋਲਦੇ ਆ, ਉਹ ਤੁਸੀਂ ਫਿਲ ਕਰਨਾ ਹੈਗਾ ਬੜੇ ਧਿਆਨ ਦੇ ਨਾਲ। ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਭਰਨੀ ਆ, ਉਹਦਾ ਵੀ ਪ੍ਰਿੰਟ ਨਾਲ ਲੈ ਕੇ ਜਾਣਾ ਆ। ਇਹ 4-5 ਜਿਹੜੇ ਡਾਕੂਮੈਂਟ ਆ ਇਹਨਾਂ ਤੋਂ ਬਗੈਰ ਤੁਸੀਂ ਉੱਥੇ ਬੋਰਡਿੰਗ ਨਹੀਂ ਕਰ ਸਕਦੇ। ਬਹੁਤ ਸਾਰੇ ਯਾਤਰੀ ਜਿਹੜੇ ਆ ਉਹਨਾਂ ਨੇ ਵਾਪਸ ਏਅਰਪੋਰਟ ਤੋਂ ਇਸ ਕਰਕੇ ਮੋੜ ਦਿੱਤੇ ਕਿ ਉਹ ਇਹ ਗੱਲ ਐਕਸਪੈਕਟ ਕਰਦੇ ਸੀ ਕਿ ਸ਼ਾਇਦ ਅਸੀਂ ਉੱਥੇ ਜਾ ਕੇ ਪ੍ਰਿੰਟ ਆਊਟ ਕਰ ਲਾਂਗੇ ਜਾਂ ਫਿਲ ਕਰ ਲਾਂਗੇ। ਇੰਨਾ ਸਮਾਂ ਉਹਨਾਂ ਕੋਲ ਨਹੀਂ ਬਚਿਆ ਅਤੇ ਬੋਰਡਿੰਗ ਜਿਹੜੀ ਉਹ ਬੰਦ ਹੋ ਗਈ। ਇਹਦੇ ਸੰਬੰਧ ਵਿੱਚ ਮੈਂ ਥੋੜ੍ਹੀ ਡਿਟੇਲ ਨਾਲ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿ ਪਹਿਲਾਂ ਤੋਂ ਹੀ ਤਿਆਰੀ ਜਿਹੜੀ ਆ ਤੁਹਾਡੇ ਕੋਲ ਹੋਣੀ ਚਾਹੀਦੀ ਆ ਇਹ ਡਾਕੂਮੈਂਟ ਤਿਆਰ ਕਰਨ ਵਾਸਤੇ। ਇਹਦੇ ਵਿੱਚ ਜਿਹੜਾ ਮੇਜਰ ਡਾਕੂਮੈਂਟ ਹੈਗਾ, ਜਿਹੜਾ ਕੋਵਿਡ ਟੈਸਟ ਜਿਹੜਾ ਕਰਾਉਣਾ ਹੈਗਾ ਪ੍ਰੋਪਰ ਅਸੀਂ ਕਿਸ ਤਰ੍ਹਾਂ ਕਰਾ ਕੇ ਲੈ ਜਾਣਾ, ਮੈਂ ਉਹਦੇ ਸੰਬੰਧ ਸਟੈਪ ਬਾਏ ਸਟੈਪ ਤੁਹਾਡੇ ਨਾਲ 2-4 ਗੱਲਾਂ ਜਿਹੜੀਆਂ ਜ਼ਰੂਰੀ ਹੈਗੀਆਂ ਉਹ ਕਰੂੰਗਾ। ਕਿ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਸਟੈਪ ਹੈਗਾ ਵੀ ਕਿ ਤੁਹਾਨੂੰ ਟਿਕਟ ਬੁੱਕ ਜਿਹੜੀ ਆ ਤੁਹਾਡੀ ਪ੍ਰੋਪਰ ਹੋਣੀ ਚਾਹੀਦੀ ਆ। ਟਿਕਟ ਬੁੱਕ ਕਰਾ ਕੇ ਬੋਰਡਿੰਗ ਦੇ ਲਈ ਪ੍ਰੋਪਰ, ਅਤੇ ਨਾਲ ਸੀਟ ਦੀ ਵੀ ਬੁਕਿੰਗ ਹੋਣੀ ਚਾਹੀਦੀ ਆ ਕਿਉਂਕਿ ਸੀਟ ਦੀ ਬੁਕਿੰਗ ਜੇ ਤੁਹਾਡੇ ਕੋਲ ਹੋਏਗੀ ਤੁਹਾਡਾ ਸੀਟ ਨੰਬਰ ਜਿਹੜਾ ਅਗਲਾ ਪ੍ਰੋਸੀਜਰ ਤੁਹਾਨੂੰ ਦੱਸਣਾ ਉਹਦੇ ਲਈ ਤੁਹਾਨੂੰ ਸੀਟ ਨੰਬਰ ਚਾਹੀਦਾ ਹੋਏਗਾ। ਬਿਨਾਂ ਸੀਟ ਨੰਬਰ ਤੋਂ ਤੁਸੀਂ ਅੱਗੇ ਪ੍ਰੋਸੀਡ ਨਹੀਂ ਕਰ ਸਕਦੇ, ਭਾਵ ਜਿਹੜੇ ਅਗਲੇ ਡਾਕੂਮੈਂਟ ਤੁਸੀਂ ਤਿਆਰ ਕਰਨੇ ਆ ਉਹ ਨਹੀਂ ਕਰ ਸਕਦੇ। ਸੋ ਟਿਕਟ ਬੁੱਕ ਕਰਾਉਣੀ ਆ, ਉਹਦੇ ਐਜ ਵੈਲ ਐਜ ਨਾਲ ਸੀਟ ਨੰਬਰ ਵੀ ਕਨਫਰਮ ਕਰਾਉਣੀ ਹੈ। ਜੇ ਤੁਹਾਨੂੰ ਵੈਬਸਾਈਟ ਦੇ ਉੱਤੇ ਏਅਰਲਾਈਨਾਂ ਦੀ ਵੈਬਸਾਈਟ ਦੇ ਉੱਤੇ ਸੀਟ ਨੰਬਰ ਕਨਫਰਮ ਕਰਾਉਣ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਅਤੇ ਤੁਸੀਂ ਏਅਰਲਾਈਨ ਨੂੰ ਕਾਲ ਕਰ ਸਕਦੇ ਜੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈਗਾ ਕਿ ਇਹਨਾਂ ਨੂੰ ਸੀਟ ਨੰਬਰ ਹਰ ਹਾਲਤ ਵਿੱਚ ਚਾਹੀਦਾ ਆ। ਉਹ ਤੁਹਾਡੀ ਮੁਫਤ ਜਿਹੜੀ ਆ ਹੈਲਪ ਕਰਨਗੇ। ਕੁਛ ਡਿਲੇ ਜਾਂਦੀ ਆ ਲੇਕਿਨ ਤੁਹਾਨੂੰ ਇਹ ਗੱਲ ਕਰਨੀ ਪਏਗੀ ਕਿ ਉਹਨਾਂ ਦੇ ਨਾਲ ਗੱਲ ਕਰਕੇ ਜੇ ਤੁਹਾਨੂੰ ਆਪ ਦਿੱਕਤ ਆਉਂਦੀ ਆ
ਤੇ ਸੀਟ ਨੰਬਰ ਵਗੈਰਾ ਤੁਸੀਂ ਉਹਨਾਂ ਨੂੰ ਫੋਨ ਕਰਕੇ ਆਪਣਾ ਕਨਫਰਮ ਕਰਾ ਸਕਦੇ ਜੇ। ਇਹ ਤੋਂ ਜਿਹੜੀ ਅੱਗੀ ਗੱਲ ਹੈਗੀ ਆ ਕਿ ਕੋਵਿਡ ਦਾ ਜਿਹੜਾ ਨੈਗੇਟਿਵ ਟੈਸਟ ਆ ਉਹਦੇ ਲਈ ਬੁਕਿੰਗ ਕਰਾਉਣਾ, ਜਿਸ ਨੂੰ RT-PCR ਟੈਸਟ ਬੋਲਦੇ ਆ। ਇਹਦੇ ਵਿੱਚ ਇੱਕ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਲੋਕ ਹੈਗੇ ਆ, ਯਾਤਰੀ ਹੈਗੇ ਜਿਨ੍ਹਾਂ ਨੇ ਭਾਰਤ ਜਾਣਾ, ਉਹਨਾਂ ਲਈ lifelabs.com ਤੇ ਜਾ ਕੇ ਤੁਸੀਂ ਇੱਕ ਫਾਰਮ ਫਿਲ ਕਰਨਾ ਆ। ਉਹਦੇ ਵਿੱਚ ਸਾਰੀ ਆਪਣੀ ਇਨਫੋਰਮੇਸ਼ਨ ਭਰਨੀ ਹੈਗੀ ਆ, ਪਾਸਪੋਰਟ ਨੰਬਰ ਵਗੈਰਾ। ਉਹਦੇ ਵਿੱਚ ਬਕਾਇਦਾ ਜਦੋਂ ਤੁਸੀਂ ਫਾਰਮ ਫਿਲ ਕਰੋਗੇ, ਫੀਸ ਵਗੈਰਾ ਦੀ ਇੰਸਟਰਕਸ਼ਨ ਵੀ ਸਾਨੂੰ ਆਉਂਦੀ ਆ। ਫੀਸ ਪੇ ਕਰਨ ਤੋਂ ਬਾਅਦ ਲਗਭਗ ਮੋਸਟਲੀ $150 ਤੋਂ ਲੈ ਕੇ $200 ਤੱਕ ਦੀ ਫੀਸ ਹੈਗੀ ਆ। ਤੁਹਾਨੂੰ ਪੂਰੀ ਜਿਹੜੀ ਪੇ ਕਰਨੀ ਪਏਗੀ। ਪੇ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਈਮੇਲ ਕਨਫਰਮੇਸ਼ਨ ਆਏਗੀ, ਜਿਹਦੇ ਵਿੱਚ ਇੱਕ ਬਕਾਇਦਾ ਕਨਫਰਮੇਸ਼ਨ ਨੰਬਰ ਹੋਏਗਾ। ਨਾਲ ਦੀ ਨਾਲ ਜਿਹੜੇ ਨੇੜੇ ਦੇ ਤੁਹਾਡੇ ਏਰੀਆ ਦੇ ਤੁਹਾਡੇ ਐਡਰੈਸ ਦੇ ਮੁਤਾਬਕ ਜਿਹੜਾ ਤੁਸੀਂ ਫਿਲ ਕੀਤਾ ਹੋਊਗਾ ਆਪਣਾ, ਉਹਦੇ ਮੁਤਾਬਕ ਜਿਹੜੇ ਨੇੜੇ ਦੇ ਜਿਹੜੇ ਟੈਸਟ ਲੈਬ ਹੈਗੀ ਆ, ਉੱਥੋਂ ਤੁਹਾਨੂੰ ਐਡਰੈਸ ਜਿਹੜੇ ਸੁਜੈਸਟ ਕੀਤੇ ਜਾਣਗੇ। ਇਹ ਪ੍ਰੋਸੈਸ ਪੂਰਾ ਹੋਣ ਕਰਨ ਤੋਂ ਬਾਅਦ ਆਨਲਾਈਨ ਜਿਹੜਾ ਤੁਹਾਨੂੰ ਹੋ ਸਕਦਾ ਹੈ ਜਿਹੜੀਆਂ ਲੈਬ ਟੈਸਟ ਤੁਹਾਨੂੰ ਜਿੱਥੇ ਤੁਹਾਡੀ ਬੁਕਿੰਗ ਹੋਈ ਆ ਉਹਨਾਂ ਦਾ ਫੋਨ ਵੀ ਆਏ, ਲੇਕਿਨ ਤੁਸੀਂ ਖੁਦ ਵੀ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਜੇ ਤੇ ਉਹਨਾਂ ਦੇ ਨਾਲ ਬਕਾਇਦਾ ਅਪਾਇੰਟਮੈਂਟ ਦੀ ਜਿਹੜੀ ਕਨਫਰਮੇਸ਼ਨ ਕੀਤੀ ਜਾ ਸਕਦੀ ਆ। ਉੱਥੇ ਜਾ ਕੇ ਤੁਸੀਂ ਬਕਾਇਦਾ ਟੈਸਟ ਕਰਵਾ ਕੇ ਤੁਹਾਨੂੰ ਜਿਹੜੀ ਈਮੇਲ ਵਾਪਸ ਆਉਣੀ ਹੈਗੀ ਆ ਟੈਸਟ ਦੀ ਨੈਗੇਟਿਵ ਰਿਪੋਰਟ ਦੀ। ਇਹ ਬਿਲਕੁਲ ਸ਼ੋਰ ਕਰਨਾ ਹੈ ਕਿ ਸਾਡਾ ਜਿਹੜਾ ਆ ਰਿਪੋਰਟ ਆ ਉਹ ਨੈਗੇਟਿਵ ਆਈ ਆ। ਉਹਦਾ ਪ੍ਰਿੰਟ ਆਊਟ ਕਰਕੇ ਆਪਣੇ ਕੋਲ ਰੱਖਣਾ ਹੈਗਾ ਆ। ਇਸ ਤੋਂ ਇਲਾਵਾ ਤੁਹਾਨੂੰ ਜਿਹੜੀ ਜਦੋਂ ਰਿਪੋਰਟ ਮਿਲ ਗਈ ਆ ਤੇ ਨਾਲ ਵੈਕਸੀਨ ਦੀ ਰਿਸੀਪਟ ਹੋ ਗਈ, ਜਿਹੜੇ 4 ਡਾਕੂਮੈਂਟ ਤੁਹਾਨੂੰ ਉੱਪਰ ਦੱਸੇ ਆ, ਇਹ ਕਰਨ ਤੋਂ ਬਾਅਦ ਤੁਹਾਨੂੰ ਇੱਕ ਜਿਹੜਾ ਇੰਡੀਆ ਦਾ ਕੌਂਸੂਲੇਟ ਹੈਗੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਸੁਵਿਧਾ ਜਿਹੜਾ ਹੈਗਾ ਆ ਉਹਨਾਂ ਦੀ ਵੈਬਸਾਈਟ, ਉਹਦੇ ਉੱਪਰ ਜਾ ਕੇ ਇੱਕ ਡੈਕਲੇਰੇਸ਼ਨ ਫਾਰਮ ਫਿਲ ਕਰਨਾ ਆ, ਜਿਹਦੇ ਵਿੱਚ ਇਸ ਫਾਰਮ ਦੇ ਵਿੱਚ ਅਲੱਗ-ਅਲੱਗ ਜਿਹੜੀ ਪਰਸਨਲ ਇਨਫੋਰਮੇਸ਼ਨ ਤੁਹਾਨੂੰ ਭਰਨੀ ਪਏਗੀ। ਆਪਣੇ ਕੋਵਿਡ ਟੈਸਟ ਦੀ ਰਿਪੋਰਟ ਦਾ ਵੇਰਵਾ ਭਰਨਾ ਪਏਗਾ। ਵੈਕਸੀਨ ਜਿਹੜੀ ਤੁਸੀਂ ਲਵਾਈ ਹੋਈ ਆ ਉਹਦਾ ਵੀ ਵੇਰਵਾ ਭਰਨਾ ਪਏਗਾ। ਆਪਣੇ ਸਾਰੇ ਡਾਕੂਮੈਂਟ ਭਰਨ ਤੋਂ ਬਾਅਦ ਇਨਫੋਰਮੇਸ਼ਨ ਭਰਨ ਤੋਂ ਬਾਅਦ ਤੁਹਾਨੂੰ ਕੋਈ ਜ਼ਰੂਰੀ ਜਿਹੜੇ ਡਾਕੂਮੈਂਟ ਆ ਉਹ ਵੀ ਅਟੈਚ ਕਰਨੇ ਪੈਣਗੇ ਬਕਾਇਦਾ ਉੱਪਰ, ਜਿਵੇਂ ਕਿ ਪਾਸਪੋਰਟ ਦੀ ਕਾਪੀ ਹੈਗੀ ਆ, ਵੈਕਸੀਨ ਦੀ ਰਿਸੀਪਟ ਹੈਗੀ ਆ। ਇਹ ਸਾਰੀਆਂ ਜਿਹੜੇ ਡਾਕੂਮੈਂਟ ਆ ਤੁਹਾਨੂੰ ਜਿਹੜੇ ਆ ਉਹਨਾਂ ਦੇ ਸਾਈਜ਼ ਪ੍ਰੋਪਰ ਬਣਾ ਕੇ PDF ਤੇ ਉਹਦੇ ਨਾਲ ਅਟੈਚ ਕਰਨਗੇ। ਮੋਸਟਲੀ ਜੇ ਤੁਹਾਨੂੰ ਇਹਦੇ ਵਿੱਚ ਪ੍ਰੋਬਲਮ ਆ ਰਹੀ ਆ ਕਿ ਉਹ ਅਟੈਚ ਨਹੀਂ ਹੋ ਰਹੇ, ਐਰਰ ਆ ਰਿਹਾ, ਇਟ ਮੀਨਸ ਕਿ ਤੁਹਾਡੀ ਫਾਈਲ ਜਿਹੜੀ ਆ ਉਹ ਹੈਵੀ ਹੈਗੀ ਆ ਤੇ ਤੁਹਾਨੂੰ ਉਹ ਜਿਹੜੀ ਫਾਈਲ ਹੈ ਬਕਾਇਦਾ ਕੰਪਰੈਸ ਕਰਕੇ 1 MB ਤੋਂ ਥੱਲੇ ਕਰਕੇ ਅਟੈਚ ਕਰਨੀ ਪਊਗੀ, ਤਾਂ ਹੀ ਤੁਸੀਂ ਸਕਸੈਸ ਹੋਵੋਗੇ। ਇਹ ਡਾਕੂਮੈਂਟ ਸਾਰੇ ਲੈ ਕੇ ਜੇ ਤੁਸੀਂ ਏਅਰਪੋਰਟ ਤੇ ਜਾਂਦੇ ਹੋ ਪ੍ਰੋਪਰ ਪ੍ਰਿੰਟ ਆਊਟ ਲੈ ਕੇ ਆਪਣੇ ਕੋਲ, ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ। ਅਦਰਵਾਈਜ਼ ਉੱਥੇ ਜਾ ਕੇ ਜਿਹੜੀ ਬਾਦਰੇਸ਼ਨ ਆ ਕਾਫੀ ਹੁੰਦੀ ਆ। ਸੋ ਸਾਡੀ ਇਹ ਸਲਾਹ ਹੈਗੀ ਆ ਕਿ ਪ੍ਰੋਪਰ ਤਿਆਰੀ ਕਰਕੇ ਹੀ ਏਅਰਪੋਰਟ ਦੇ ਉੱਤੇ ਜਾਇਆ ਜਾਵੇ। ਸੋ ਇਸ ਤੋਂ ਇਲਾਵਾ ਜਿਹੜੀਆਂ ਅਗਲੀਆਂ ਖਬਰਾਂ ਕੈਨੇਡਾ ਦੀਆਂ ਹੈਗੀਆਂ, ਜਿਹੜਾ ਕੱਲ੍ਹ ਸੀਗਾ ਅੰਤਰਰਾਸ਼ਟਰੀ ਦਿਵਸ, ਗਰਲਜ਼ ਦਿਵਸ ਸੀਗਾ, ਕੁੜੀਆਂ ਦਾ ਦਿਵਸ ਜਿਹਨੂੰ ਆਪਾਂ ਬੋਲਦੇ ਕਿ ਕੁੜੀਆਂ ਦਾ ਦਿਨ ਮਨਾਇਆ ਗਿਆ ਸੀਗਾ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇੱਕ ਭਾਵਨਾ ਲੈ ਕੇ ਇਹ ਦਿਨ ਮਨਾਇਆ ਜਾਂਦਾ ਕਿ ਅੱਜ ਜਿਹੜਾ ਵਾ ਗਰਲਜ਼ ਦਿਵਸ ਹੈਗਾ ਆ, ਉਹਨਾਂ ਨੂੰ ਸਮਰਪਿਤ ਜਿਹੜਾ ਆ ਕਈ ਪ੍ਰੋਗਰਾਮ ਵੀ ਕਰਵਾਏ ਜਾਂਦੇ ਹੈਗੇ ਆ, ਸਦਭਾਵਨਾ ਪ੍ਰਗਟ ਕੀਤੀ ਜਾਂਦੀ ਆ। ਦੇਸ਼ ਦੇ ਪ੍ਰਧਾਨ ਮੰਤਰੀ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣਾ ਵੱਲੋਂ ਵੀ ਇਸ ਦਿਨ ਦੇ ਉੱਤੇ ਆਪਣੀ ਬੇਟੀ ਦੇ ਨਾਲ ਇੱਕ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਫੋਟੋ ਸ਼ੇਅਰ ਕਰਕੇ ਆਪਣੀ ਧੀ ਨੂੰ ਸ਼ੁਭਕਾਮਨਾਵਾਂ ਕੀਤੀਆਂ ਤੇ ਨਾਲ ਸਾਰੇ ਵਰਲਡ ਦੇ ਵਿਸ਼ਵ ਭਰ ਦੀਆਂ ਜਿਹੜੀਆਂ ਧੀਆਂ ਹੈਗੀਆਂ ਆ ਉਹਨਾਂ ਦੇ ਲਈ, ਕੁੜੀਆਂ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਨੇ ਇਸ ਮੌਕੇ ਕਿਹਾ ਕਿ ਉਹ ਸੋਚਦੇ ਹੈਗੇ ਕਿ ਮੇਰੀ ਧੀ ਦਾ ਭਵਿੱਖ ਕਿਵੇਂ ਹੋਵੇਗਾ। ਨਾਲ ਦੇ ਨਾਲ ਮੈਂ ਇਹ ਵੀ ਸੋਚਦਾ ਹੈਗਾ ਕਿ ਸਮੁੱਚੇ ਵਿਸ਼ਵ ਦੀਆਂ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਦੇ ਭਵਿੱਖ ਨੂੰ ਕਿੱਦਾਂ ਵਧੀਆ ਬਣਾਇਆ ਜਾ ਸਕਦਾ ਆ। ਸੋ ਇਹ ਇੱਕ ਇਨਫੋਰਮੇਸ਼ਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਣਾ ਵੱਲੋਂ ਜਿਹੜੀ ਜਾਰੀ ਕੀਤੀ ਗਈ ਪਰਸਨਲ ਤੌਰ 'ਤੇ, ਉਹ ਤੁਹਾਡੇ ਨਾਲ ਸਾਂਝੀ ਕੀਤੀ ਆ। ਅਗਲੀ ਖਬਰ ਜਿਹੜੀ ਹੈਗੀ ਆ ਬਰੈਂਪਟਨ ਤੋਂ, ਕੁਝ ਲੋਕਲ ਖਬਰਾਂ ਆ। ਬਰੈਂਪਟਨ ਦੇ ਪੀਟਰ ਰੌਬਰਟਸਨ ਤੇ ਬੇੜ ਦੇ ਉੱਪਰ ਰਾਤ ਅੱਜ ਤੜਕੇ ਗੋਲੀ ਚੱਲੀ ਇੱਕ ਬੰਦੇ ਦੀ, ਜਿਹਦੇ ਵਜੋਂ ਮੌਤ ਹੋ ਗਈ ਆ। ਪੁਲਿਸ ਦੇ ਮੁਤਾਬਕ ਪੁਲਿਸ ਦੇ ਮੁਤਾਬਕ ਉਹਨਾਂ ਨੂੰ ਇੱਕ ਕਾਲ ਆਈ ਸੀ, ਐਮਰਜੈਂਸੀ ਕਾਲ, ਅਬਾਊਟ 2 ਵਜੇ ਦੇ ਕਰੀਬ। ਕਾਲ ਆਉਣ ਤੋਂ ਬਾਅਦ ਜਦੋਂ ਉਹ ਸੀਨ 'ਤੇ ਗਏ ਤਾਂ ਇੱਕ ਬੰਦਾ ਉੱਥੇ ਜ਼ਖਮੀ ਹੋਇਆ, ਤੜਫ ਰਿਹਾ ਸੀਗਾ, ਜਿਹੜਾ ਕਿ ਗਨ ਦਾ ਸ਼ਿਕਾਰ ਹੋਇਆ ਸੀਗਾ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਜਾ ਕੇ ਉਸਦੀ ਮੌਤ ਹੋ ਗਈ ਆ। ਪੁਲਿਸ ਨੇ ਦੱਸਿਆ ਕਿ ਫਿਲਹਾਲ ਜਿਹੜਾ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ। ਦੋਸ਼ੀ ਜਿਹੜਾ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ।
ਲਾਲ ਰੰਗ ਦੀ ਕਾਰ ਦੇ ਵਿੱਚ ਉਹ ਦੋਸ਼ੀ ਜਿਹੜਾ ਵਾ ਭੱਜਿਆ ਸਮਝਿਆ ਜਾਂਦਾ ਆ। ਤੇ ਪੁਲਿਸ ਨੇ ਸਾਰੀ ਪਬਲਿਕ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਜੇ ਇਸ ਘਟਨਾ ਸੰਬੰਧੀ ਕਿਸੇ ਕੋਲ ਕੋਈ ਜ਼ਰੂਰੀ ਜਾਣਕਾਰੀ ਹੋਵੇ ਤੇ ਉਹ ਪੁਲਿਸ ਨਾਲ ਸਾਂਝੀ ਕਰ ਸਕਦੇ ਆ। ਟੋਰਾਂਟੋ ਦੇ ਇੱਕ ਬੜੀ ਇੰਟਰਸਟਿੰਗ ਖਬਰ ਆ ਕਿ ਜਿਵੇਂ ਕਿ ਹੁਣ ਅਸੀਂ ਜਾਣਦੇ ਹਾਂ ਸਾਰੇ ਕਿ ਹੁਣ ਜਗ੍ਹਾ ਜਗ੍ਹਾ ਇੱਥੇ ਬਰੈਂਪਟਨ ਵੀ ਆ, ਸਾਰੇ GTA ਭਰ ਦੇ ਵਿੱਚ ਹੀ ਜਿਹੜੇ ਸਪੀਡ ਕੈਮਰੇ ਆ ਉਹ ਗਲੀਆਂ ਦੇ ਵਿੱਚ ਸਟਰੀਟਾਂ ਦੇ ਵਿੱਚ ਵੀ ਲਗਾਏ ਜਾ ਰਹੇ ਆ। ਮੇਨ ਸਟਰੀਟਾਂ 'ਤੇ ਵੀ ਲਗਾਏ ਜਾ ਸਕਦੇ, ਜਿਹੜੀਆਂ ਲੋਕਲ ਸਟਰੀਟਾਂ ਵਾ ਉਹਨਾਂ ਦੇ ਵਿੱਚ ਵੀ ਲਗਾਏ ਜਾ ਰਹੇ ਆ। ਸੋ ਇਕੱਲੇ ਟੋਰਾਂਟੋ ਦੇ ਵਿੱਚ ਹੀ ਜਿਹੜਾ ਸਮਰ ਲੰਘ ਕੇ ਗਿਆ ਸੀਜ਼ਨ ਅਗਸਤ ਤੇ ਜੁਲਾਈ, ਉਹਦੇ ਦਰਮਿਆਨ ਜਿਹੜੇ ਤੇਜ਼ ਚਲਾਉਣ ਵਾਲੇ ਸਪੀਡਿੰਗ ਕਰਨ ਵਾਲੇ ਡਰਾਈਵਰ ਹੈਗੇ ਆ 36,000 ਦੇ ਕਰੀਬ ਜਿਹੜੇ ਡਰਾਈਵਰ ਸਪੀਡਿੰਗ ਕਰਨ ਵਾਲੇ ਆ ਉਹ ਕੈਮਰਿਆਂ ਦੀ ਲਪੇਟ 'ਚ ਆਏ ਆ, ਜਿਨ੍ਹਾਂ ਨੂੰ 36,700 ਦੇ ਕਰੀਬ ਟਿਕਟਾਂ ਜਾਰੀ ਕੀਤੀਆਂ। ਬੜੀ ਵੱਡੀ ਪੱਧਰ ਦੀ ਜਿਹੜੀ ਅਮਾਊਂਟ ਆ ਉਹਨਾਂ ਨੂੰ ਟਿਕਟਾਂ ਦੇ ਰੂਪ ਵਿੱਚ ਕੋਰਟ ਨੂੰ ਪੇ ਕਰਨੀ ਪਈ ਆ। ਸੋ ਸਾਡਾ ਹੀ ਰਿਕੁਐਸਟ ਹੈਗੀ ਆ ਕਿ ਹੁਣ ਚਾਹੇ ਅਸੀਂ ਘਰ ਦੀਆਂ ਸਟਰੀਟਾਂ 'ਤੇ ਡਰਾਈਵ ਕਰਦੇ ਹੋਈਏ ਜਾਂ ਮੇਨ ਸਟਰੀਟ 'ਤੇ ਡਰਾਈਵ ਕਰਦੇ ਹੋਈਏ ਜਾਂ ਹਾਈਵੇ 'ਤੇ ਡਰਾਈਵ ਕਰਦੇ ਹੋਈਏ, ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਹੁਣ ਅਸੀਂ ਹਰ ਟਾਈਮ ਜਿਹੜੇ ਵਾਚ ਹੋ ਰਹੇ ਆ ਸਲੋ ਸਪੀਡ 'ਤੇ ਚੱਲੋ। ਸਲੋ ਸਪੀਡ ਦੇ ਉੱਤੇ ਜਾਣ ਦੇ ਸਾਡਾ ਆਪਣਾ ਵੀ ਫਾਇਦਾ ਹੈਗਾ ਤੇ ਜਿਹੜਾ ਆਰਥਿਕ ਤੌਰ 'ਤੇ ਇੰਨਾ ਵੱਡਾ ਨੁਕਸਾਨ ਹੁੰਦਾ ਆ ਉਸ ਤੋਂ ਵੀ ਅਸੀਂ ਬਚ ਸਕਦੇ ਹਾਂ। ਹਾਂ, ਇਹਦੇ ਵਿੱਚ ਸਰਕਾਰਾਂ ਨੂੰ ਹੁਣ ਫਾਇਦਾ ਜ਼ਰੂਰ ਹੋਣ ਲੱਗਾ ਕਿ ਜੇ ਬੰਦੇ ਗਲਤੀ ਕਰਦੇ ਆ ਨਹੀਂ ਸੁਧਾਰ ਰਹੇ, ਤੇ ਇਹਦੇ ਵਿੱਚ ਸਰਕਾਰਾਂ ਨੂੰ ਇੱਕ ਵੱਡੇ ਬਜਟ ਦੇ ਰੂਪ ਵਿੱਚ ਇਹ ਜਿਹੜਾ ਪੈਸਾ ਵਾ ਉਹ ਇਕੱਠਾ ਹੋ ਰਿਹਾ। ਬਰੈਂਪਟਨ ਦੇ ਵਿੱਚ ਹੀ ਕੱਲ੍ਹ ਇੱਕ ਘਟਨਾ ਵਾਪਰੀ ਸੀਗੀ ਕਿ ਬਰੈਂਪਟਨ ਦੇ ਵਿੱਚ ਵੈਸਟ ਬਰੁੱਕ ਅਤੇ ਕੋਟਰਲ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋਇਆ ਸੀਗਾ। ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਜਿਹੜਾ ਜ਼ਖਮੀ ਹੋ ਗਿਆ, ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਕੁਝ ਸਮੇਂ ਬਾਅਦ ਹੀ ਉਸ ਦੀ ਡੈਥ ਹੋ ਗਈ ਸੀ। ਗਰਮੀਆਂ ਦੇ ਦੌਰਾਨ ਜਿਹੜੇ ਮੋਟਰਸਾਈਕਲ ਦੀਆਂ ਘਟਨਾਵਾਂ, ਹਾਦਸੇ ਦੀਆਂ ਘਟਨਾਵਾਂ ਆਮ ਵਾਪਰਦੀਆਂ ਨੇ ਤੇ ਇਹਦੇ ਸੰਬੰਧੀ ਸਾਡਾ ਕਹਿਣਾ ਹੈਗਾ ਕਿ ਮੋਸਟਲੀ ਮੈਂ ਖੁਦ ਅਸੀਂ ਜਦੋਂ ਹਾਈਵੇ 'ਤੇ ਜਾਂਦੇ ਹਾਂ ਤੇ ਬੜੀ ਤੇਜ਼ ਮੋਟਰਸਾਈਕਲ ਜਿਹੜੇ ਸਵਾਰ ਆ ਉਹ ਜਾਂਦੇ ਹੈਗੇ ਆ, ਕਿਉਂਕਿ ਇੱਥੇ ਮੋਟਰਸਾਈਕਲਾਂ ਦੇ ਜਿਹੜੇ ਇੰਜਣ ਹੈਗੇ ਆ ਬੜੇ ਵੱਡੇ ਹੈਗੇ ਆ, ਪਾਵਰਫੁਲ ਇੰਜਣ ਹੈਗੇ ਆ ਤੇ ਉਹਨਾਂ ਦੀ ਪਿਕਅਪ ਬਹੁਤ ਜ਼ਿਆਦਾ ਆ। ਜਿੱਥੇ ਕਿਤੇ ਰਸ਼ ਲੱਗਾ ਆ ਜਾਂ ਜਿਹੜੇ ਵੱਡੇ ਵਹੀਕਲ ਆ ਸਲੋ ਜਾ ਰਹੇ ਆ ਤੇ ਇਹ ਜਿਹੜੇ ਮੋਟਰਸਾਈਕਲ ਸਵਾਰ ਹੈਗੇ ਆ ਇਹ ਬੜੀ ਤੇਜ਼, ਬੜੀ ਭਿਆਨਕ ਆਵਾਜ਼ਾਂ ਕੱਢਦੇ ਹੋਏ ਜਾਂਦੇ ਆ। ਪਰ ਜਿੰਨਾ ਮੋਟਰਸਾਈਕਲ ਨੂੰ ਭਜਾਉਣਾ ਸੌਖਾ ਆ ਓਨਾ ਹੀ ਮੋਟਰਸਾਈਕਲ ਦੀ ਬ੍ਰੇਕ ਲਗਾਉਣੀ ਜਿਹੜੀ ਆ ਔਖੀ ਆ। ਜਿੰਨੀ ਸਪੀਡ ਕਈ ਵਾਰੀ 130 ਦੇ ਜਾ ਰਹੇ ਹੁੰਦੇ ਆ ਤੇ ਜਦੋਂ ਉਹ ਬੈਲੈਂਸ ਨਹੀਂ ਬਣ ਪਾਉਂਦਾ ਤੇ ਕਿਉਂਕਿ ਆਊਟ ਹੁੰਦਾ ਆ ਸਾਰਾ ਕੁਝ, ਉਹ ਬਾਹਰ ਬੈਠੇ ਹੁੰਦੇ ਆ, ਉਹਨਾਂ ਨੂੰ ਕਵਰ ਕੁਝ ਨਹੀਂ ਹੁੰਦਾ ਤੇ ਉਹਨਾਂ ਦੀ ਜਿਹੜੀ ਮੌਤ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ। ਇਹ ਘਟਨਾਵਾਂ ਬਹੁਤ ਵੱਡੇ ਪੱਧਰ 'ਤੇ ਵਾਪਰਦੀਆਂ ਹੈਗੀਆਂ। ਐਡਮਿੰਟਨ ਦੇ ਇੱਕ ਖਬਰ ਹੈਗੀ ਆ, ਹਾਦਸੇ ਦੀ ਖਬਰ ਆ ਵੀ, ਵੈਸੇ ਮੈਂ ਨਾਲ ਹੀ ਸ਼ੇਅਰ ਕਰਦਾ ਕਿ ਐਡਮਿੰਟਨ ਦੇ ਵਿੱਚ ਇੱਕ ਕਾਰ ਸਵਾਰ ਨੂੰ ਪੁਲਿਸ ਨੇ ਆਮ ਚੈਕਿੰਗ ਵਾਸਤੇ ਜਿਹੜਾ ਸੀ ਉਹ ਰੋਕਣਾ ਚਾਹਿਆ, ਲੇਕਿਨ ਉਹਨੇ ਕਾਰ ਭਜਾ ਲਈ। ਕਾਰ ਭਜਾਉਣ ਤੋਂ ਬਾਅਦ ਪੁਲਿਸ ਨੇ ਤਾਂ ਉਸ ਦਾ ਪੁੱਛਾ ਨਹੀਂ ਕੀਤਾ, ਲੇਕਿਨ ਉਸ ਨੂੰ ਸ਼ੱਕ ਸੀਗਾ ਕਿ ਸ਼ਾਇਦ ਪੁਲਿਸ ਮੇਰਾ ਪਿੱਛਾ ਕਰ ਰਹੀ ਆ ਤੇ ਉਸਨੇ ਆਪਣੀ ਕਾਰ ਇੰਨੀ ਤੇਜ਼ ਭਜਾਈ, ਕੰਟਰੋਲ ਕਰਨਾ ਮੁਸ਼ਕਿਲ ਹੋਇਆ ਤੇ ਮੂਹਰਲੇ ਖੰਭੇ ਵਿੱਚ ਜਾ ਕੇ ਥੋੜ੍ਹੀ ਦੂਰ ਜਾ ਕੇ ਵੱਜੀ ਕਾਰ। ਉਹਦੇ ਵਿੱਚ ਉਹਦੇ ਨਾਲ ਫੈਮਿਲੀ ਮੈਂਬਰ ਵੀ ਸਵਾਰ ਸੀਗੇ। 2 ਫੈਮਿਲੀ ਮੈਂਬਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹੋ ਗਏ। ਬਾਅਦ ਵਿੱਚ ਇਹ ਪਾਇਆ ਗਿਆ ਕਿ ਉਕਤ ਵਿਅਕਤੀ ਜਿਹੜਾ ਹੈਗਾ ਸੀਗਾ, ਜਿਹਦੇ ਨਾਂ 'ਤੇ ਗੱਡੀ ਸੀ, ਉਹਨੂੰ ਗੱਡੀ ਚਲਾਉਣੀ ਅਲਾਉਡ ਨਹੀਂ ਸੀਗੀ। ਪੁਲਿਸ ਤੋਂ ਇਸ ਕਾਜ ਕਰਕੇ ਉਹਨਾਂ ਨੇ ਭੱਜਣਾ ਚਾਹਿਆ ਲੇਕਿਨ ਆਪਣੀ ਜ਼ਿੰਦਗੀ ਗਵਾ ਲਈ। ਇਹਦੇ ਸੰਬੰਧ ਵੀ ਅਸੀਂ ਇਹ ਚਾਹਾਂਗੇ ਕਿ ਰੋਡ ਸੇਫਟੀ ਜਿਹੜੀ ਆ ਪਹਿਲਾਂ ਹੈਗੀ ਆ, ਜੇ ਪੁਲਿਸ ਵਾਲੇ ਰੋਕਦੇ ਆ, ਤੁਹਾਨੂੰ ਲੱਗਦਾ ਤੁਹਾਡਾ ਕਿਤੇ ਫਾਲਟ ਵੀ ਹੈਗਾ, ਲੇਕਿਨ ਰੁਕੋ, ਆਪਣਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕਰੋ, ਫੇਸ ਕਰੋ ਸਿਚੁਏਸ਼ਨ ਨੂੰ। ਮੌਕੇ ਤੋਂ ਭੱਜਣਾ ਨਹੀਂ ਚਾਹੀਦਾ। ਮੌਕੇ ਤੋਂ ਭੱਜਣ ਦੇ ਨਾਲ ਆਪਣਾ ਵੀ ਨੁਕਸਾਨ ਹੁੰਦਾ। ਮੋਸਟਲੀ ਕਈ ਵਾਰੀ ਜਦੋਂ ਸਪੀਡਿੰਗ ਕਰਦੇ ਲੋਕ ਭੱਜਣ ਦੀ ਕੋਸ਼ਿਸ਼ ਵਿੱਚ ਦੂਜਿਆਂ ਦਾ ਵੀ ਨੁਕਸਾਨ ਕਰਦੇ ਆ ਤੇ ਜਿਹੜੀ ਗਲਤੀ ਆ ਉਹ ਡਬਲ ਕੋਸਟ ਜਿਹੜੀ ਆ ਕਰਦੀ ਆ। ਸੋ ਇਹ ਇਦਾਂ ਦੀ ਘਟਨਾ ਜਿਹੜੀ ਵਾਪਰੀ ਹੈਗੀ ਆ, ਜਿਹੜੀ ਕਿ ਬੜੀ ਦੁਖਦਾਈ ਆ, ਇਦਾਂ ਨਹੀਂ ਵਾਪਰਨਾ ਚਾਹੀਦਾ। ਸਾਡੇ ਗੁਆਂਢੀ ਸੂਬੇ ontario ਦੇ ਗੁਆਂਢੀ ਸੂਬੇ ਕਿਊਬੈਕ ਤੋਂ ਖਬਰ ਹੈਗੀ ਆ। ਕਿਊਬੈਕ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਜਿਹੜੀ ਆ ਉਹਨੂੰ ਪ੍ਰੋਸੈਸ ਨੂੰ ਪ੍ਰੋਪਰ ਹੁਣ ਪੂਰਾ ਕਰਨ ਵਾਸਤੇ ਕਿਊਬੈਕ ਦੇ ਜਿਹੜੀ ਗੌਰਮੈਂਟ ਆ ਜਾਂ ਹੈਲਥ ਡਿਪਾਰਟਮੈਂਟ ਆ ਹੁਣ ਸਖਤ ਹੋ ਗਿਆ ਆ। ਖਾਸ ਕਰਕੇ ਹੈਲਥ ਕੇਅਰ ਵਰਕਰਾਂ ਦੇ ਉੱਪਰ, ਜਿਹੜੇ ਹੈਲਥ ਡਿਪਾਰਟਮੈਂਟ ਵਿੱਚ ਕੰਮ ਕਰ ਰਹੇ ਆ, ਨਰਸਾਂ ਜਾਂ ਹੋਰ ਹੈਲਥ ਕੇਅਰ ਵਰਕਰ, ਉਹਨਾਂ ਪ੍ਰਤੀ ਬੜਾ ਉਹ ਸਖਤ ਹੋਇਆ। ਪਹਿਲਾਂ ਇਹਨਾਂ ਨੂੰ 15 ਅਕਤੂਬਰ ਦੀ ਡੈਡਲਾਈਨ ਦਿੱਤੀ ਗਈ ਸੀਗੀ, ਲੇਕਿਨ ਬਹੁਤ ਸਾਰੇ ਜਿਹੜੇ ਕਰਮਚਾਰੀ ਆ, ਨਰਸਾਂ ਆ, ਉਹਨਾਂ 15 ਅਕਤੂਬਰ ਤੱਕ ਵੀ ਆਪਣੀ ਵੈਕਸੀਨੇਸ਼ਨ
नहीं लवाई, ਉਹਦੀ ਰਿਪੋਰਟ ਜਿਹੜੀ ਪ੍ਰੋਪਰ ਸਬਮਿਟ ਨਹੀਂ ਕਰਾਈ, ਜਿਸ ਤੋਂ ਬਾਅਦ 15 ਅਕਤੂਬਰ ਤੋਂ ਬਾਅਦ ਇਹਨਾਂ ਜਿਹੜੇ ਹੈਲਥ ਕਰਮਚਾਰੀ ਸੀ ਉਹਨਾਂ ਨੂੰ ਬਿਨਾਂ ਤਨਖਾਹ ਤੋਂ ਸਸਪੈਂਡ ਕੀਤਾ ਹੋਇਆ ਸੀ। ਲੇਕਿਨ ਇਹਦੇ ਸੰਬੰਧੀ ਕੋਈ ਮੇਨ ਪ੍ਰਗਤੀ ਨਾ ਹੁੰਦੀ ਦੇਖ ਹੁਣ ਜਿਹੜੀ ਕਿਊਬੈਕ ਗੌਰਮੈਂਟ ਹੈਗੀ ਆ ਉਹਨਾਂ ਨੇ ਇੱਕ ਬੜਾ ਸਖਤ ਜਿਹੜਾ ਆਦੇਸ਼ ਹੁਣ ਦਿੱਤਾ ਆ ਕਿ ਜੇ ਉਕਤ ਜਿਹੜੇ ਕਰਮਚਾਰੀ ਆ ਉਹ ਆਪਣੀ ਵੈਕਸੀਨੇਸ਼ਨ ਨਹੀਂ ਲਵਾਉਂਦੇ ਤਾਂ ਉਹਨਾਂ ਨੂੰ ਫਾਇਰ ਕਰ ਦਿੱਤਾ ਜਾਊਗਾ। ਭਾਵ ਉਹ ਜਿਹੜੀਆਂ ਨਰਸਾਂ ਹੈਗੀਆਂ ਉਹਨਾਂ ਨੂੰ ਬਕਾਇਦਾ ਇੱਕ ਲਾਇਸੈਂਸ ਜਿਹੜਾ ਸਟੇਟ ਤੋਂ ਮਿਲਿਆ ਹੁੰਦਾ ਪ੍ਰੈਕਟਿਸ ਕਰਨ ਵਾਸਤੇ ਉਹ ਰੱਦ ਕਰ ਦਿੱਤਾ ਜਾਊਗਾ, ਜਿਹਦੇ ਵਜ੍ਹਾ ਕਰਕੇ ਹੁਣ ਇੱਕਦਮ ਜਿਹੜੇ ਉੱਥੋਂ ਦੇ ਹੈਲਥ ਵਰਕਰ ਹੈਗੇ ਜਾਂ ਨਰਸਾਂ ਉਹਨਾਂ 'ਚ ਭੱਜ ਦੌੜ ਪਈ ਆ, ਅਪਾਇੰਟਮੈਂਟਾਂ ਬੁੱਕ ਕਰਾਈਆਂ ਜਾ ਰਹੀਆਂ ਨੇ। ਭਾਵ ਜੇ ਗੌਰਮੈਂਟ ਸਖਤ ਹੋਈ ਆ ਤੇ ਫੇਰ ਹੀ ਹੈਲਥ ਵਰਕਰ ਜਾਂ ਨਰਸਾਂ ਜਿਹੜੀਆਂ ਉਸ ਜਿਹੜੀ ਵੈਕਸੀਨੇਸ਼ਨ ਲਵਾਉਣ ਵੱਲ ਜਿਹੜਾ ਉਹਨਾਂ ਨੇ ਹੁਣ ਕਦਮ ਚੁੱਕਿਆ। ਪਰ ਮੈਂ ਇਹ ਸਮਝਦਾ ਹਾਂ ਕਿ ਜਿਹੜਾ ਬੰਦਾ ਹੈਲਥ ਡਿਪਾਰਟਮੈਂਟ ਪਹਿਲਾਂ ਹੀ ਕੰਮ ਕਰ ਰਿਹਾ, ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕਹਿਣ ਦੀ ਲੋੜ ਹੋਣੀ ਚਾਹੀਦੀ ਆ ਕਿ ਵੈਕਸੀਨੇਸ਼ਨ ਲਵਾਉਣ ਵੱਲੋਂ, ਕਿਉਂਕਿ ਵੈਕਸੀਨੇਸ਼ਨ ਦੇ ਸਾਈਡ ਇਫੈਕਟ ਪਤਾ ਨਹੀਂ ਉਹ ਕਿਹੜੇ ਸਮਝਦੇ ਹੈਗੇ, ਲੇਕਿਨ ਲਾਈਫ ਪਹਿਲਾਂ ਜ਼ਰੂਰੀ ਆ। ਕੋਈ ਵੀ ਦੁਨੀਆ ਦੀ ਐਲੋਪੈਥੀ ਜਾਂ ਵੈਕਸੀਨੇਸ਼ਨ ਨਹੀਂ ਹੈਗੀ ਜਿਹਦਾ ਸਾਈਡ ਇਫੈਕਟ ਨਾ ਹੋਵੇ, ਪਰ ਜਦੋਂ ਜ਼ਿੰਦਗੀ ਜਾਂਦੀ ਦਿਸਦੀ ਹੋਵੇ ਤੇ ਫਿਰ ਜਿਹੜਾ ਥੋੜ੍ਹਾ ਨੁਕਸਾਨ ਜਿਹੜਾ ਉਹ ਜਰ ਲੈਣਾ ਚਾਹੀਦਾ ਤੇ ਆਪਣੇ ਆਪ ਨੂੰ ਸਿਕਿਉਰ ਕਰਨਾ ਚਾਹੀਦਾ। ਆਪਣੀ ਸਟੇਟ ਅੰਟਾਰੀਓ ਦੀ ਗੱਲ ਕਰੀਏ ਤਾਂ ਅੰਟਾਰੀਓ ਦੇ ਵਿੱਚ ਜਿਹੜੀ ਕਰੋਨਾ ਦੇ ਅੱਜ ਹੁਣ ਡ੍ਰੌਪ ਕੇਸ ਹੋ ਰਹੇ ਲਗਾਤਾਰ, ਚੰਗੀ ਖਬਰ ਹੈ। ਵੈਸੇ ਕੈਨੇਡਾ ਭਰ ਵਿੱਚ ਥੋੜੀ ਸਸਕੈਚੁਅਨ ਤੋਂ ਮਾੜੀਆਂ ਖਬਰਾਂ ਨੇ ਜਿਹੜੀਆਂ ਅਸੀਂ ਕੱਲ੍ਹ ਵੀ ਤੁਹਾਡੇ ਨਾਲ ਫੇਸਬੁੱਕ ਪੇਜ ਦੇ ਉੱਤੇ ਜਿਹੜਾ ਆਪਣਾ ਕੈਨ ਪੰਜਾਬ ਮੀਡੀਆ ਦਾ ਪੇਜ ਹੈ ਉੱਤੇ ਤੇ ਸ਼ੇਅਰ ਕੀਤੀਆਂ ਸੀਗੀਆਂ। ਲੇਕਿਨ ਫਿਲਹਾਲ ਸਥਿਤੀ ਕੰਟਰੋਲ 'ਚ ਹੈਗੀ ਆ, ਚਿੰਤਾ ਵਾਲੀ ਗੱਲ ਨਹੀਂ। ਤੇ ਜਿਹੜਾ ਅੰਟਾਰੀਓ ਦੇ ਵਿੱਚ ਹੁਣ ਜਿਹੜੇ ਅੱਜ ਦੇ ਕੇਸ ਆਇਆ 390 ਕੇਸ ਆ, ਡ੍ਰੌਪ ਹੋਇਆ 2 ਮੌਤਾਂ ਆ। ਇਹ 2 ਮੌਤਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਮਿਲਾ ਕੇ ਲਈਆਂ ਨੇ। 2 ਮਹੀਨਿਆਂ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਸਭ ਤੋਂ ਘੱਟ ਕੇਸ ਆਏ ਆ ਜਿਹੜੇ ਇਹ ਦਰ ਹੈਗੀ ਆ। ਜਿਹੜੀ ਵੈਕਸੀਨੇਸ਼ਨ ਦੀ ਦਰ ਹੈਗੀ ਅੰਟਾਰੀਓ 'ਚ 87% ਲੋਕ ਜਿਹੜੇ ਹੈਗੇ ਆ ਪਾਰਸ਼ਲ ਵੈਕਸੀਨੇਟਡ, ਭਾਵ ਇੱਕ ਟੀਕਾ ਲਵਾ ਚੁੱਕੇ ਆ ਵੈਕਸੀਨੇਸ਼ਨ ਦਾ, ਤੇ 82% ਲੋਕ ਫੁੱਲੀ ਵੈਕਸੀਨੇਟਡ ਹੋ ਚੁੱਕੇ ਆ। ਇਹ ਇੱਕ ਤਸੱਲੀ ਵਾਲੀ ਗੱਲ ਹੈਗੀ ਸਾਡਾ ਵੈਸੇ। ਪਰ ਅਜੇ ਵੀ ਜੇ ਆਪਾਂ ਕਹੀਏ ਤਾਂ ਕੋਈ 26% ਲੋਕ ਜਿਹੜੇ ਹੈਗੇ ਅੰਟਾਰੀਓ ਦੇ ਉਹ ਵੈਕਸੀਨੇਸ਼ਨ ਉਹਨਾਂ ਨੇ ਨਹੀਂ ਲਵਾਈ। ਉਹਨਾਂ ਨੂੰ ਵੈਕਸੀਨੇਸ਼ਨ ਲਵਾਉਣੀ ਚਾਹੀਦੀ ਆ। ਮੇਰਾ ਮਕਸਦ ਹੈਗਾ ਆਪਣੇ ਲਈ ਤੇ ਦੂਜਿਆਂ ਲਈ। ਇਹਨੇ 149 ਦੇ ਕਰੀਬ ਜਿਹੜੇ ਅੱਜ ਹੁਣ ਟੋਟਲ ਜਿਹੜੇ ਪੇਸ਼ੈਂਟ ਹੈਗੇ ਆ ਉਹ ਇਨਸੈਂਟਿਵ ਕੇਅਰ ਵਿੱਚ ਹੈਗੇ ਆ। ਥੋੜ੍ਹੀ ਸਿਚੁਏਸ਼ਨ ਜਿਹੜੀ ਅੱਗੇ ਨਾਲੋਂ ਨੋਰਮਲ ਹੋ ਰਹੀ ਆ। ਇਹਦੇ ਨਾਲ ਜੁੜੀ ਖਬਰ ਮੈਂ ਇੱਕ ਸ਼ੇਅਰ ਕਰ ਦਿੰਦਾ ਕਿ ਜਿਹੜੀਆਂ ਹੁਣ ਵੀਕਐਂਡ ਦੇ ਉੱਤੇ ਅੰਟਾਰੀਓ ਗੌਰਮੈਂਟ ਨੇ ਅਲੱਗ-ਅਲੱਗ ਜਿਹੜੀਆਂ ਪਾਬੰਦੀਆਂ ਸੀਗੀਆਂ, ਲਿਮਿਟ ਜਿਹੜੀ ਲਾਈ ਹੋਈ ਸੀ ਇਕੱਠ ਦੇ ਉੱਪਰ, ਬਿਜ਼ਨਸ ਜਿਹੜੇ ਅਦਾਰੇ ਆ ਉਹਨਾਂ ਦੇ ਉੱਪਰ, ਉਹ ਹਟਾ ਦਿੱਤੀਆਂ ਸੀਗੀਆਂ। ਸਿਰਫ 2 ਅਦਾਰੇ ਉਹਨਾਂ ਵਿੱਚ ਜਿਹੜੇ ਸੀਗੇ ਉਹ ਨਹੀਂ ਹਲੇ ਉਹਨਾਂ ਨੂੰ ਛੋਟ ਮਿਲੀ, ਜਿਹਦੇ ਵਿੱਚ ਰੈਸਟੋਰੈਂਟ ਮਾਲਕ ਤੇ ਇੱਕ ਪਰਸਨਲ ਹੈਲਥ ਕੇਅਰ ਸੈਂਟਰ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਅਜੇ ਉਹਨਾਂ ਨੂੰ ਪਾਬੰਦੀਆਂ ਦੇ ਵਿੱਚ ਰੱਖਿਆ ਗਿਆ ਸੀ। ਬਾਕੀ ਸਾਰੇ ਜਗ੍ਹਾ ਲਿਮਿਟ ਜਿਹੜੀ ਆ ਉੱਥੇ ਹਟਾ ਦਿੱਤੀ ਗਈ ਆ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ ਤੇ ਵੈਕਸੀਨੇਸ਼ਨ ਪ੍ਰੂਫ ਦੇਖਣ ਦੀ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ। ਇਹਦੇ ਨਾਲ ਹੀ ਜਿਹੜਾ ਰੈਸਟੋਰੈਂਟ ਮਾਲਕ ਹੈਗੇ ਆ ਉਹ ਦੇਸ਼ ਭਰ ਦੇ ਵਿੱਚ ਇਸ ਗੱਲ ਦਾ ਰੋਸ ਪ੍ਰਗਟਾ ਰਿਹਾ ਕਿ ਸਾਡੇ ਬਿਜ਼ਨਸ ਜਿਹੜੇ ਪਹਿਲਾਂ ਹੀ ਬੜੇ ਡਾਊਨ ਹੋਏ ਸੀਗੇ ਕਰੋਨਾ ਦੇ ਕਰਕੇ, ਜਿਹੜੇ ਸਾਡੇ ਕਰਮਚਾਰੀ ਜਿਹੜੇ ਹੈਗੇ ਅਸੀਂ ਲੇ ਆਫ ਕੀਤੇ ਹੋਏ ਆ, ਘੱਟ ਰਿਸਟ੍ਰਿਕਸ਼ਨਾਂ ਕਰਕੇ ਜਿਹੜੀਆਂ ਲਾਈਆਂ ਹੋਈਆਂ ਨੇ, ਪਾਬੰਦੀ ਲਾਈ ਹੋਈ ਆ ਗਿਣਤੀ ਦੇ ਉੱਪਰ ਫੁੱਲ ਗਿਣਤੀ ਵਿੱਚ, ਤੇ ਉਹਨਾਂ ਦੀ ਇਹ ਮੰਗ ਹੈਗੀ ਆ ਕਿ ਉਹਨਾਂ ਨੂੰ ਵੀ ਪ੍ਰੋਪਰ ਹੁਣ ਜਿਹੜੀ ਆ ਫੁੱਲ ਕਪੈਸਿਟੀ ਦੇ ਨਾਲ ਬਿਜ਼ਨਸ ਚਲਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਇਹਦੇ ਸੰਬੰਧੀ ਹੁਣ ਅੰਟਾਰੀਓ ਗੌਰਮੈਂਟ ਅਗਲੇ ਦਿਨਾਂ ਦੇ ਵਿੱਚ ਕੀ ਫੈਸਲਾ ਲੈਂਦੀ ਆ ਇਹ ਤੇ ਸਮਾਂ ਦੱਸੂਗਾ। ਭਾਰਤ ਤੋਂ ਕੁਝ ਖਬਰਾਂ ਅੱਜ ਮੇਨ ਅਸੀਂ ਸਾਂਝੀਆਂ ਕਰਾਂਗੇ। ਜਿਹੜੀ ਮੇਜਰ ਡਿਵੈਲਪਮੈਂਟ ਪਹਿਲੀ ਮੈਂ ਖਬਰ ਸਮਝਣਾ ਅਸੀਂ ਦੇਣੀ ਫਰਜ਼ ਸਮਝਦੇ ਹਾਂ ਕਿਸਾਨ ਸੰਘਰਸ਼ ਦੀ, ਕਿਉਂਕਿ ਮੇਰਾ ਇਹ ਹੁੰਦਾ ਕਿ ਭਾਵੇਂ ਕੈਨੇਡਾ ਦਾ ਬੁਲੇਟਿਨ ਹੋਵੇ, ਕਿਸਾਨ ਸੰਘਰਸ਼ ਦੀ ਖਬਰ ਅਸੀਂ ਹਰ ਬੁਲੇਟਿਨ ਵਿੱਚ ਦਿਆ ਕਰਾਂਗੇ ਔਰ ਪਹਿਲਾਂ ਦਿਆ ਕਰਾਂਗੇ। ਮੇਰੀ ਹੁਣ ਕੋਸ਼ਿਸ਼ ਹੋਊਗੀ। ਅੱਜ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਮਾਰੇ ਗਏ ਸੀਗੇ, ਇੱਕ ਮੰਤਰੀ ਦੇ ਪੁੱਤਰ ਵੱਲੋਂ ਗੱਡੀ ਚੜ੍ਹਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ ਸੀਗਾ। 4 ਕਿਸਾਨ ਤੇ ਇੱਕ ਪੱਤਰਕਾਰ ਦੇ ਨਿਮਿਤ ਜਿਹੜਾ ਸ਼ਰਧਾਂਜਲੀ ਸਮਾਗਮ ਹੋਇਆ, ਜਿਹਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਆ, ਉਹਨਾਂ ਨੇ ਸ਼ਰਧਾਂਜਲੀਆਂ ਦਿੱਤੀਆਂ। ਨਾਲ ਦੀ ਨਾਲ ਕਿਸਾਨਾਂ ਨੂੰ ਇਹ ਸੱਦਾ ਦਿੱਤਾ ਕਿ ਇਸ ਸੰਘਰਸ਼ ਨੂੰ ਹੁਣ ਹੋਰ ਵੀ ਜਿਹੜਾ ਕਾਮਯਾਬ ਕੀਤਾ ਜਾਊਗਾ, ਗੌਰਮੈਂਟ ਦੇ ਉੱਤੇ ਦਬਾਅ ਪਾਇਆ ਜਾਊਗਾ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ ਸ਼ਹਾਦਤਾਂ ਹੈਗੀਆਂ ਇਹਨਾਂ ਕਿਸਾਨਾਂ ਦੀਆਂ ਉਹ ਵਿਅਰਥ ਨਹੀਂ ਜਾਣਗੀਆਂ। ਉਹਨਾਂ ਦੀ ਹੁਤੀ ਜਿਹੜੀ ਆ, ਉਹਨਾਂ ਦੀ ਜਿਹੜੀ ਖੂਨ ਦੀ ਹੁਤੀ ਆ, ਕਿਸਾਨ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰੂਗੀ ਤੇ ਕਾਮਯਾਬੀ ਵੱਲ ਲਿਜਾਊਗੀ। ਇਸ ਮੌਕੇ ਇੱਕ ਵੱਡਾ ਫੈਸਲਾ ਜਿਹੜਾ ਪਹਿਲਾਂ ਹੀ ਕੀਤਾ ਹੋਇਆ ਕਿਸਾਨ ਜਥੇਬੰਦੀਆਂ ਨੇ ਕਿ ਕਿਸੇ ਵੀ ਸਿਆਸੀ ਆਗੂ ਨੂੰ ਜਿਹੜਾ ਮੰਚ ਸੀਗਾ ਉੱਥੋਂ ਬੋਲਣ ਨਹੀਂ ਦਿੱਤਾ ਗਿਆ।
ਇੱਕ ਵੱਖਰੇ ਪ੍ਰੋਗਰਾਮ ਤਕੋਣੀਆਂ ਪਿੰਡ ਵਿੱਚ ਕਾਂਗਰਸ ਵੱਲੋਂ ਕੀਤੇ ਗਏ ਜਿਹੜੇ ਸ਼ਰਧਾਂਜਲੀ ਸਮਾਗਮ ਵਿੱਚ ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਤੇ ਹੋਰ ਜਿਹੜੇ ਆਗੂ ਸੀਗੇ ਉੱਥੇ ਪਹੁੰਚੇ ਤੇ ਉਹਨਾਂ ਨੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀਆਂ ਪੇਸ਼ ਕੀਤੀਆਂ। ਇਸ ਕਿਸਾਨੀ ਸੰਘਰਸ਼ ਦੇ ਜਿਹੜਾ ਸ਼ਹੀਦੀ ਸਮਾਗਮ ਸੀਗਾ ਉਹਦੇ ਵਿੱਚ ਪ੍ਰੋਗਰਾਮ ਜਿਹੜਾ ਅਕਾਲੀ ਦਲ ਦੇ ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਵੀ ਪੁੱਜੇ, ਲੇਕਿਨ ਦਰਸ਼ਕਾਂ 'ਚ ਬੈਠੇ ਰਹੇ, ਉਹਨਾਂ ਨੂੰ ਕੋਈ ਸਮਾਂ ਸਟੇਜ ਤੋਂ ਨਹੀਂ ਦਿੱਤਾ। ਜੰਮੂ ਕਸ਼ਮੀਰ ਦੀ ਅਸੀਂ ਖਬਰ ਤੁਹਾਨੂੰ ਫੇਸਬੁੱਕ ਪੇਜ 'ਤੇ ਰਾਤੀ ਸਾਂਝੀ ਕੀਤੀ ਸੀ ਕਿ ਜਿਹੜਾ ਵੱਡਾ ਇੱਕ ਹਿਰਦੇਵੇਦ ਘਟਨਾ ਵਾਪਰੀ ਆ, ਅੱਤਵਾਦੀਆਂ ਦੇ ਨਾਲ ਮੁਕਾਬਲਾ ਕਰਦਿਆਂ ਹੋਇਆਂ ਭਾਰਤੀ ਫੌਜ ਦੇ 4 ਜਵਾਨ ਜਿਹੜੇ ਸੀਗੇ ਸ਼ਹੀਦ ਹੋਏ ਸੀ, ਇੱਕ JCO ਤੇ 3 ਹੋਰ, ਜਿਹਦੇ ਵਿੱਚ ਜਿਹੜੇ ਸੀਗੇ ਸਾਡੇ 4 ਪੰਜਾਬੀ ਹੈਗੇ, 3 ਪੰਜਾਬ ਦੇ ਹੈਗੇ ਆ। ਅੱਜ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਜਿਹੜੀਆਂ ਇੱਥੇ ਪੁੱਜੀਆਂ, ਬੜਾ ਹਿਰਦੇਵੇਦਕ ਦੁਖਦਾਈ ਮਾਹੌਲ ਸੀਗਾ। ਪਰਿਵਾਰਾਂ ਦੇ ਜਿਹੜੇ ਸੀਗੇ ਵਰਲਾਗ, ਉਹਨੂੰ ਦੇਖ ਕੇ ਇੱਕ ਮਾਹੌਲ ਜਿਹੜਾ ਭਾਵਕ ਹੋ ਗਿਆ। ਤੇ ਪੰਜਾਬ ਸਰਕਾਰ ਵੱਲੋਂ ਇਹਦੇ ਸੰਬੰਧ ਵਿੱਚ 50-50 ਲੱਖ ਰੁਪਇਆ ਹਰੇਕ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਇਹਦੇ ਵਿੱਚ ਅਸੀਂ ਇੱਕ ਗੱਲ ਕਰਾਂਗੇ ਕਿ ਗੱਜਣ ਸਿੰਘ ਸੀਗਾ ਆਪਣਾ ਪਚਰੰਗਾ ਪਿੰਡ ਦੇ ਉੱਤੋਂ, ਕੁਝ ਸਮਾਂ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀ। ਜਦੋਂ ਵਿਆਹ 'ਤੇ ਉਹ ਬਰਾਤ ਲੈ ਕੇ ਆਪਣੀ ਬਰਾਤ 'ਤੇ ਚੱਲਿਆ ਸੀ ਤਾਂ ਉਹਨੇ ਕਿਸਾਨੀ ਝੰਡਾ ਜਿਹੜਾ ਬਕਾਇਦਾ ਆਪਣੇ ਨਾਲ ਲੈ ਕੇ ਗਿਆ ਸੀ। ਉਹਦੀ ਇੱਕ ਭਾਵਨਾ ਸੀਗੀ ਕਿਸਾਨੀ ਸੰਘਰਸ਼ ਦੇ ਵਿੱਚ, ਕਿਉਂਕਿ ਸਾਰੇ ਲਗਭਗ ਜਿਹੜੇ ਫੌਜ 'ਚ ਜਵਾਨ ਹੈਗੇ ਆ ਉਹ ਕਿਸਾਨੀ ਪਰਿਵਾਰਾਂ ਤੋਂ ਨੇ ਅਤੇ ਕਿਸਾਨੀ ਸੰਘਰਸ਼ ਦੇ ਲਈ ਉਹਦੀ ਬੜੀ ਇੱਕ ਸਮਰਪਿਤ ਭਾਵਨਾ ਸੀਗੀ। ਅੱਜ ਜਦੋਂ ਕੁਝ ਸਮੇਂ ਬਾਅਦ ਹੀ, ਕੁਝ ਦਿਨਾਂ ਬਾਅਦ ਹੀ ਉਹਦੀ ਲਾਸ਼ ਪਿੰਡ 'ਚ ਆਈ ਅਤੇ ਬੜਾ ਗਮਗੀਨ ਮਾਹੌਲ ਬਣਿਆ। ਅਤੇ ਅਸੀਂ ਇਹਦੇ ਸੰਬੰਧ ਵਿੱਚ ਕਹਾਂਗੇ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈਗਾ ਕਿ ਜਿੰਨੇ ਆਮ ਕਿਸਾਨਾਂ ਦੇ ਪਰਿਵਾਰ ਹੈਗੇ ਆ ਉਹਨਾਂ ਦੇ ਬੱਚੇ ਆਰਮੀ 'ਚ ਜਿਹੜਾ ਆ ਉਹ ਸਰਹੱਦਾਂ 'ਤੇ ਲੜ ਰਹੇ ਆ, ਅਤੇ ਜਿਹੜੀ ਕੇਂਦਰ ਗੌਰਮੈਂਟ ਕਿਸਾਨੀ ਬਿੱਲਾਂ ਦੇ ਉੱਪਰ ਅੜੀ ਕਰਕੇ ਬੈਠੀ ਹੋਈ ਆ ਜਾਂ ਕਿਸਾਨਾਂ ਦੇ ਉੱਪਰ ਅਲੱਗ-ਅਲੱਗ ਤਰੀਕੇ ਦੇ ਨਾਲ ਸਾਬੋਤਾਜ ਕੀਤਾ ਜਾ ਰਿਹਾ, ਆਨੇ ਬਹਾਨੇ ਕਈ ਹੋਰ ਜਿਹੜੀਆਂ ਝੋਨੇ ਸੰਬੰਧੀ ਦਿੱਕਤਾਂ ਦਿੱਤੀਆਂ ਜਾ ਰਹੀਆਂ ਕਿਸਾਨਾਂ ਨੂੰ, ਇਹਦੇ ਨਾਲ ਜਿਹੜੀ ਕਿਸਾਨਾਂ ਦੇ ਵਿੱਚ ਜਿਹੜੀ ਭਾਵਨਾ ਹੈਗੀ ਆ ਉਹ ਬੜੀ ਉਹਨੂੰ ਠੇਸ ਪਹੁੰਚ ਰਹੀ ਆ। ਸੋ ਇਹਦੇ ਸੰਬੰਧੀ ਕੇਂਦਰ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਆ। ਅੱਜ ਅਗਲੀ ਖਬਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਆ। ਆਮ ਆਦਮੀ ਪਾਰਟੀ ਦੇ ਕਨਵੀਨਰ ਕੌਮੀ ਆਗੂ ਅਰਵਿੰਦ ਕੇਜਰੀਵਾਲ ਅੱਜ ਪੰਜਾਬ 'ਚ ਆਏ ਸੀਗੇ। ਏਅਰਪੋਰਟ 'ਤੇ ਬੜੀ ਵੱਡੀ ਪੱਧਰ 'ਤੇ ਉਹਨਾਂ ਦਾ ਸਵਾਗਤ ਹੋਇਆ, ਜਿਵੇਂ ਕਿਸੇ ਰਵਾਇਤੀ ਪਾਰਟੀ ਦਾ ਆਗੂ ਆਉਂਦਾ ਅਤੇ ਅੱਗੇ ਪਿੱਛੇ ਜਿਹੜੇ ਸਾਰੇ ਆਗੂ ਫਿਰਦੇ ਆ, ਇਹੋ ਹੀ ਮਾਹੌਲ ਆਮ ਆਦਮੀ ਪਾਰਟੀ ਦਾ ਵੀ ਬਣਿਆ ਪਿਆ ਸੀਗਾ। ਉਸ ਤੋਂ ਬਾਅਦ ਉਹ ਸੇਵਾ ਸਿੰਘ ਸੇਖਵਾਂ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਆ। ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਛੱਡੀ, ਫਿਰ ਆਪਣੀ ਪਾਰਟੀ ਵੀ ਬਣਾਈ ਸੀ। ਹੁਣ ਅਖੀਰਲੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸੀਗੇ। ਇਸ ਕਰਕੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਅਫਸੋਸ ਕਰਨ ਗਏ। ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਅਤੇ ਦੇਵੀ ਤਲਾਬ ਮੰਦਿਰ ਦੇ ਵਿੱਚ ਨਤਮਸਤਕ ਵੀ ਹੋਏ। ਇਹ ਖਬਰ ਸੀਗੀ ਉਹਨਾਂ ਦੇ ਨਾਲ ਜੁੜੀ ਹੋਈ। ਉਹਨਾਂ ਦੇ ਨਾਲ ਅੱਜ ਕੋਈ ਉਹਨਾਂ ਨੇ ਅਹਿਮ ਐਲਾਨ ਜਿਹੜੇ ਆ ਵੱਖਰੇ ਤੌਰ 'ਤੇ ਨਹੀਂ ਕੀਤੇ। ਅੰਤਰਰਾਸ਼ਟਰੀ ਭਾਰਤ ਦੇ ਵਿੱਚ ਬਿਜਲੀ ਸੰਕਟ ਦੀ ਖਬਰ ਹੈ। ਹੁਣ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਕਵਰ ਹੋਣੀ ਸ਼ੁਰੂ ਹੋਈ ਆ। ਅੱਜ ਅਮਰੀਕਾ ਦੀ ਵੱਡੀ ਅਖਬਾਰ ਦਾ ਗਾਰਡੀਅਨ ਦੇ ਵਿੱਚ ਇੱਕ ਬੜੀ ਵੱਡੀ ਡਿਟੇਲ ਦੇ ਵਿੱਚ ਰਿਪੋਰਟ ਲੱਗੀ ਆ ਭਾਰਤ ਦੇ ਵਿੱਚ ਬਿਜਲੀ ਸੰਕਟ ਬਾਰੇ। ਉਹ ਮੈਂ ਪੜ੍ਹਦਾ ਪਿਆ ਸੀਗਾ ਕਿ ਉਹਨਾਂ ਨੇ ਡਿਟੇਲ 'ਚ ਇਹ ਰਿਪੋਰਟ ਲਗਾਈ ਹੈਗੀ ਕਿ ਭਾਰਤ ਦੇ ਵਿੱਚ ਜਿੰਨੇ ਬਿਜਲੀ ਪਲਾਂਟ, ਥਰਮਲ ਪਲਾਂਟ ਹੈਗੇ ਆ ਉਹ 80% ਜਿਹੜੇ ਹੈਗੇ ਆ ਕੋਲੇ ਤੇ ਨਿਰਭਰ ਕਰਦੇ ਆ। ਹਾਲੇ ਭਾਵ ਕਿ ਜੇ ਕੋਲੇ ਦੀ ਨਾਲ ਹੀ ਸਮੱਸਿਆ ਆਉਂਦੀ ਹੈ ਤਾਂ ਨਾਲ ਹੀ ਬਿਜਲੀ ਠੱਪ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਆ। ਵੱਖ-ਵੱਖ ਰਾਜਾਂ ਵੱਲੋਂ ਹੁਣ ਕੇਂਦਰ ਸਰਕਾਰ ਨੂੰ ਇਹ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਜੇ ਉਹਨਾਂ ਨੂੰ ਕੋਲਾ ਨਹੀਂ ਮਿਲਦਾ ਅਤੇ ਕੁਝ ਦਿਨਾਂ ਦੇ ਵਿੱਚ ਹੀ ਬਲੈਕ ਆਊਟ ਹੋ ਸਕਦਾ ਜਿਹੜਾ ਬਿਜਲੀ ਦਾ ਸੰਕਟ ਕਰਕੇ। ਲੇਕਿਨ ਦੂਜੇ ਪਾਸੇ ਕੇਂਦਰੀ ਮੰਤਰੀ ਜਿਹੜੇ ਕੋਲ ਮੰਤਰੀ ਹੈਗੇ ਉਹ ਕਹਿ ਰਹੇ ਕਿ ਸਾਡੇ ਕੋਲ ਬਹੁਤ ਸਾਰਾ ਕੋਲਾ ਹੈਗਾ ਆ, ਸਾਡੇ ਕੋਲ ਤਾਂ ਇੰਨਾ ਸਟਾਕ ਪਿਆ। ਹੁਣ ਪਤਾ ਨਹੀਂ ਉਹ ਸਪਲਾਈ ਕਿਉਂ ਨਹੀਂ ਹੋ ਰਹੀ, ਉਹਦੇ ਪਿੱਛੇ ਕੀ ਹੈਗਾ ਆ, ਕਿਹੜੀ ਧਿਰ ਜਿਹੜੀ ਹੈਗੀ ਸੱਚੀ ਹੈਗੀ ਇਹਦੇ ਵਿੱਚ। ਜਿਹੜੀ ਇਹ ਰਿਪੋਰਟ ਦਾ ਗਾਰਡੀਅਨ 'ਚ ਲੱਗੀ ਸੀ, ਇਹਦੇ ਸੰਬੰਧੀ ਮੈਂ ਕੁਝ ਗੱਲਾਂ ਤੁਹਾਨੂੰ ਸ਼ੇਅਰ ਕਰਨੀ ਚਾਹੂੰਗਾ ਕਿ ਜਿਹੜੀ ਉੱਥੇ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਪਰੰਪਰਾਵਾਦੀ ਤਰੀਕੇ ਦੇ ਨਾਲ ਹੀ ਹਾਲੇ ਜਿਹੜੀ ਲਾਈਟ ਦਾ ਜਿਹੜਾ ਪ੍ਰੋਡਕਸ਼ਨ ਆ, ਬਿਜਲੀ ਦਾ ਪ੍ਰੋਡਕਸ਼ਨ ਕੀਤਾ ਜਾਂਦਾ ਆ। ਹਾਲੇ ਉੱਥੇ ਸੋਲਰ ਸਿਸਟਮ ਵੀ ਪੂਰੀ ਤਰ੍ਹਾਂ ਕਾਮਯਾਬ ਨਹੀਂ ਕੀਤਾ ਗਿਆ ਅਤੇ ਟਰਬਾਈਨ ਸਿਸਟਮ ਸਾਡੇ ਕੈਨੇਡਾ ਦੇ ਵਿੱਚ ਚੱਲਦਾ ਹੈਗਾ। ਇੱਥੇ ਅਸੀਂ ਜਦੋਂ ਹਾਈਵੇ 'ਤੇ ਜਾਂਦੇ ਬੜੇ ਵੱਡੇ ਟਰਬਾਈਨ ਲੱਗੇ ਹੋਏ ਜਿਹੜੇ ਬਿਜਲੀ ਪੈਦਾ ਕਰਦੇ ਆ। ਉਹਨਾਂ ਨੇ ਭਾਵ ਕੋਲੇ ਤੋਂ ਹੁਣ ਪਰੇ ਹੋ ਕੇ ਹੋਰ ਸੋਰਸਾਂ ਦੇ ਰਾਹੀਂ ਬਿਜਲੀ ਪੈਦਾ ਕਰਨੀ ਜਿਹੜੀ ਆ ਉਹ ਆਜ਼ਾਦ ਕੀਤੀ ਆ। ਤਾਂ ਹੀ ਇਹ ਦੇਸ਼ ਜਿਹੜੇ ਆ ਬਿਜਲੀ ਦੇ ਵਿੱਚ ਆਤਮ ਨਿਰਭਰ ਹੋਏ ਆ। 1 ਮਿੰਟ ਵੀ ਕਦੇ ਬੱਤੀ ਬੰਦ ਨਹੀਂ ਹੁੰਦੀ। ਜੇ ਕਿਤੇ ਲਾਈਟ ਬੰਦ ਹੁੰਦੀ ਆ ਤਾਂ ਇਹ ਇੱਕ ਬੜੀ ਵੱਡੀ ਗੱਲ ਸਮਝੀ ਜਾਂਦੀ ਆ। ਅਗਲੀ ਖਬਰ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਅਸੀਂ ਕੁਝ ਸ਼ੇਅਰ ਕਰਾਂਗੇ ਤੁਹਾਡੇ ਨਾਲ।
ਜਿਹੜੀ ਯੂਰਪਨ ਯੂਨੀਅਨ ਹੈਗੀ ਆ ਵਰਚੁਅਲ ਮੀਟਿੰਗ ਹੋਈ ਆ 20 ਦੇ ਕਰੀਬ ਜਿਹੜੇ ਆਪਣੇ G20 ਦੇਸ਼ ਹੈਗੇ ਆ ਉਹਨਾਂ ਦੀ ਵਰਚੁਅਲ ਮੀਟਿੰਗ ਹੋਈ ਆ, ਜਿਹਦੇ ਵਿੱਚ ਅਫਗਾਨਿਸਤਾਨ ਦੀ ਜਿਹੜੀ ਸਿਚੁਏਸ਼ਨ ਆ ਉਹਦੇ 'ਤੇ ਵਿਚਾਰ ਕੀਤੀ ਗਈ ਆ। ਕਿਉਂਕਿ ਜਦੋਂ ਤੋਂ ਹੀ ਇਹ ਅਮਰੀਕਾ ਤੇ ਹੋਰ ਪੱਛਮੀ ਦੇਸ਼ ਉੱਥੋਂ ਨਿਕਲ ਕੇ ਆਏ ਆ, ਉੱਥੋਂ ਦੀ ਜਿਹੜੀਆਂ ਆਰਥਿਕ ਹਾਲਤ ਦੀਆਂ ਰਿਪੋਰਟਾਂ ਵਾ ਉਹ UN ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਵਾ। ਬਹੁਤ ਸਾਰੇ ਜਿਹੜਾ WHO ਵੀ ਕਹਿ ਰਿਹਾ ਆ, ਨਾਲ ਦੀ ਨਾਲ UN ਵੀ ਕਹਿ ਰਿਹਾ ਕਿ ਉੱਥੇ ਭੁੱਖਮਰੀ ਵਾਲੇ ਹਾਲਾਤ ਪੈਦਾ ਹੋ ਸਕਦੇ ਆ, ਜਿਹੜੇ ਆਰਥਿਕ ਸਾਧਨ ਆ ਉਹਨਾਂ ਕੋਲ ਬਹੁਤ ਘੱਟ ਆ। ਇਹਦੇ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ UN ਦੀ ਜਿਹੜੀ ਪ੍ਰਪੋਜ਼ਲ ਦੇ ਉੱਤੇ G20 ਦੇਸ਼ਾਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਅਫਗਾਨਿਸਤਾਨ ਨੂੰ ਕੁਝ ਹੈਲਪ ਦੇਣ ਵਾਸਤੇ ਉੱਥੇ ਫੂਡ ਸ਼ੈਲਟਰ ਇਹਨੂੰ ਯਕੀਨੀ ਬਣਾਉਣ ਵਾਸਤੇ, ਖਾਸ ਕਰਕੇ ਬੱਚਿਆਂ ਲਈ, ਬਜ਼ੁਰਗਾਂ ਲਈ, ਜਿਹੜੇ ਲੋਕ ਹੈਲਪਲੈਸ ਆ ਉਹਨਾਂ ਲਈ, ਉਹਨਾਂ ਨੂੰ ਯਕੀਨੀ ਬਣਾਉਣ ਵਾਸਤੇ ਭੋਜਨ ਦੀ ਵਿਵਸਥਾ ਨੂੰ ਯਕੀਨੀ ਬਣਾਉਣ ਵਾਸਤੇ 700 ਮਿਲੀਅਨ ਯੂਰੋ ਦੀ ਜਿਹੜੀ ਆ ਮਦਦ ਦੇਣ ਦੀ ਗੱਲ ਕੀਤੀ ਗਈ ਹੈਗੀ ਆ। ਜ਼ਿਕਰਯੋਗ ਆ ਕਿ ਜਦੋਂ ਉੱਥੇ ਪੱਛਮੀ ਤਾਕਤਾਂ ਰਹਿ ਰਹੀਆਂ ਸੀਗੀਆਂ, ਰੂਲ ਕਰ ਰਹੀਆਂ ਸੀਗੀਆਂ, ਡੋਮੀਨੇਟ ਕਰ ਰਹੀਆਂ ਸੀ, ਉਸ ਵਕਤ ਵੀ ਅਫਗਾਨਿਸਤਾਨ ਦੇ ਜਿਹੜੇ ਆਰਥਿਕ ਸਰੋਤਾਂ ਦੀ ਇੰਨੀ ਵੱਡੀ ਪੱਧਰ 'ਤੇ ਲੁੱਟ ਹੋ ਚੁੱਕੀ ਸੀ ਕਿ 75% ਦੇ ਕਰੀਬ ਆਰਥਿਕ ਤੌਰ 'ਤੇ ਅਫਗਾਨਿਸਤਾਨ ਜਿਹੜਾ ਸੀ ਉਹ ਬਾਹਰੀ ਮੁਲਕਾਂ 'ਤੇ ਨਿਰਭਰ ਕਰਦਾ ਸੀ। ਉੱਥੇ ਤਾਲਿਬਾਨ ਹੁਣ ਰੂਲ ਕਰ ਰਹੇ ਆ। ਤਾਲਿਬਾਨ ਹਾਲੇ ਇਸੇ ਗੱਲ ਜੀ ਉਲਝੇ ਹੋਏ ਆ ਕਿ ਉੱਥੇ ਆਈਸਿਸ ਜਿਹੜਾ ਵਾ ਉਹ ਲਗਾਤਾਰ ਹਮਲੇ ਕਰ ਰਿਹਾ ਆ, ਅਤੇ ਉਹਨਾਂ ਦਾ ਬਹੁਤਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਕਿ ਦੇਸ਼ ਨੂੰ ਧਾਰਮਿਕ ਲੀਹਾਂ 'ਤੇ ਕਿਵੇਂ ਚਲਾਇਆ ਜਾਵੇ, ਭਾਵ ਜਿਹੜੀ ਉਹਨਾਂ ਦੀ ਸ਼ਰ੍ਹਾ ਹੈਗੀ ਆ ਉਹਦੇ ਮੁਤਾਬਕ ਦੇਸ਼ ਨੂੰ ਚਲਾਉਣ ਦੇ ਉੱਤੇ ਉਹਨਾਂ ਦਾ ਜ਼ਿਆਦਾ ਜ਼ੋਰ ਆ। ਆਰਥਿਕਤਾ ਨੂੰ ਬਿਲਡ ਕਿੱਦਾਂ ਕਰਨਾ ਆ ਉਹ ਅਪੀਲਾਂ 'ਤੇ ਕਰ ਰਿਹਾ, ਲੇਕਿਨ ਉਸ ਪਾਸੇ ਉਹਨਾਂ ਦੇ ਆਪਣੇ ਯਤਨ ਜਿਹੜੇ ਆ ਬਹੁਤ ਘੱਟ ਆ। ਇੰਗਲੈਂਡ ਦੇ ਖਬਰ ਹੈਗੀ ਆ, ਇੰਗਲੈਂਡ ਨੇ ਇੱਕ ਜਿਹੜਾ ਰੈਗੂਲੇਸ਼ਨ ਮੂਵ ਕੀਤਾ ਆ, ਉੱਥੋਂ ਦੇ ਪ੍ਰੀਤੀ ਪਟੇਲ ਜਿਹੜੇ ਹੈਗੇ ਆ ਡਿਪਟੀ ਪ੍ਰਾਈਮ ਮਿਨਿਸਟਰ, ਉਹਨਾਂ ਨੇ ਇੱਕ ਬਾਰਡਰ ਬਿਲਸ ਜਿਹੜਾ ਸੀਗਾ ਉਹ ਲਿਆਂਦਾ, ਜਿਹੜਾ ਪਾਰਲੀਮੈਂਟ 'ਚ ਲਿਆਂਦਾ ਜਾ ਰਿਹਾ, ਜਿਹਦੇ ਸੰਬੰਧੀ ਜਿਹੜੀ ਮਨੁੱਖੀ ਅਧਿਕਾਰ ਸੰਸਥਾਵਾਂ ਆ ਉਹਨਾਂ ਦਾ ਕਹਿਣਾ ਕਿ ਇਹ ਬਿੱਲ ਅੰਤਰਰਾਸ਼ਟਰੀ ਜਿਹੜਾ ਰਿਫਿਊਜੀ ਐਕਟ ਹੈਗਾ ਉਹਦੇ ਅਗੇਂਸਟ ਹੈਗਾ। ਮਨੁੱਖੀ ਅਧਿਕਾਰ ਦੇ ਬਿਹਾਵ ਦੇ ਉੱਪਰ ਇਹੋ ਜਿਹੇ ਬਿੱਲ ਨੂੰ ਲਿਆਉਣਾ ਜਿਹੜਾ ਕਿ ਜਿਹੜੇ ਅਸਾਈਲਮ ਮੰਗਣ ਵਾਲੇ ਲੋਕ ਹੈਗੇ ਆ, ਲੋੜਵੰਦ ਲੋਕ ਆ, ਉਹਨਾਂ ਦੀਆਂ ਜਿਹੜੇ ਅਧਿਕਾਰਾਂ ਨੂੰ ਕੱਟ ਕਰਦਾ ਆ। ਇਹੋ ਜਿਹਾ ਬਿੱਲ ਲਿਆਉਣ ਦੇ ਨਾਲ ਜਿਹੜਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਜਿਹੜੀ ਸ਼ਰਨਾਰਥੀ ਸੰਧੀ ਹੈਗੀ ਆ ਉਹਦੀ ਉਲੰਘਣਾ ਕਰਨ ਵਾਲਾ ਆ, ਇਹ ਨਹੀਂ ਆਉਣਾ ਚਾਹੀਦਾ। ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਆ ਕਿ ਪਾਰਲੀਮੈਂਟ ਦੇ ਵਿੱਚ ਸ਼ਾਇਦ ਇਸ ਬਿੱਲ ਦਾ ਵਿਰੋਧ ਹੋਵੇ, ਚਾਹੇ ਉਹ ਸਿਆਸੀ ਤੌਰ 'ਤੇ ਕਈ ਵਾਰੀ ਵਿਰੋਧ ਹੁੰਦਾ, ਲੇਕਿਨ ਇਸ ਬਿੱਲ ਦੇ ਵਿਰੋਧ ਹੋਣ ਦੀ ਸੰਭਾਵਨਾ ਆ। ਇੱਕ ਆਪਾਂ ਨੂੰ ਯਾਦ ਹੋਣਾ, ਅਗਲੀ ਖਬਰ ਮੈਂ ਕਰੂੰਗਾ ਡਿਸਕਸ, ਕਿ ਜਦੋਂ UN ਦੇ ਵਿੱਚ ਵਾਤਾਵਰਨ ਦੇ ਉੱਤੇ ਇੱਕ ਮੀਟਿੰਗ ਹੋਈ ਸੀਗੀ, ਸਮਿਟ ਹੋਈ ਸੀਗੀ, ਉਹਦੇ ਵਿੱਚ ਇੱਕ ਲੜਕੀ ਸੀਗੀ ਗ੍ਰੇਟਾ ਥਨਬਰਗ, ਉਹਨੇ ਬੜੀ ਇੱਕ ਪ੍ਰਭਾਵਸ਼ਾਲੀ ਸਪੀਚ ਦਿੱਤੀ ਸੀ, ਜਦੋਂ ਬਾਅਦ ਉਹਦਾ ਵਰਲਡ ਲੈਵਲ ਦੇ ਉੱਪਰ ਇਸ ਲੜਕੀ ਦਾ ਨਾਮ ਬਣਿਆ ਸੀਗਾ। ਟੀਨਏਜਰ ਲੜਕੀ ਸੀਗੀ ਉਸ ਟਾਈਮ ਦੇ ਉੱਪਰ। ਹੁਣ ਵੀ ਉਹ ਇਸ ਸੰਬੰਧੀ ਬੜੀ ਐਕਟਿਵ ਹੈਗੀ ਆ। ਪਿੱਛੇ ਜੇ ਭਾਰਤ ਦੇ ਨਾਲ ਵੀ ਉਹਦਾ ਕਾਫੀ ਵਿਵਾਦ ਹੋਇਆ ਸੀ, ਭਾਰਤ ਦੇ ਉੱਤੇ ਉਹਨੇ ਕੁਝ ਟਿੱਪਣੀਆਂ ਕੀਤੀਆਂ ਸੀ, ਕਿਸਾਨੀ ਸੰਘਰਸ਼ ਦੇ ਨੂੰ ਸਪੋਰਟ ਕੀਤੀ ਸੀ, ਅਤੇ ਭਾਰਤ ਸਰਕਾਰ ਦਾ ਜੋ ਰਵੱਈਆ ਸੀਗਾ ਕਿਸਾਨਾਂ ਪ੍ਰਤੀ ਉਹਦੇ ਉੱਪਰ ਸਵਾਲ ਉਠਾਏ ਸੀਗੇ। ਭਾਰਤ ਸਰਕਾਰ ਨੇ ਵੀ ਬੜਾ ਅਗਰੈਸਿਵਲੀ ਉਹਨੂੰ ਜਿਹੜਾ ਸੀਗਾ ਇਸ ਗੱਲ ਦੇ ਉੱਪਰ ਕਾਊਂਟਰ ਕੀਤਾ, ਜਿਹੜਾ ਕਿ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਵਿਚਾਰਾਂ ਦੀ ਆਜ਼ਾਦੀ ਆ, ਜੇ ਕੋਈ ਬੰਦਾ ਇਹ ਕਰਦਾ ਹੈਗਾ। ਜਿਹੜੀ ਇਹਦੇ ਵਿੱਚ ਕਰੰਟ ਜਿਹੜੀ ਅਪਡੇਟ ਹੈਗੀ ਉਹ ਹੈਗੀ ਆ ਕਿ ਹੁਣ ਜਿਹੜੀ ਅਗਲੀ ਸੰਮਤੀ ਹੈਗੀ ਆ ਯੂਨਾਈਟਿਡ ਨੇਸ਼ਨ ਕਲਾਈਮੇਟ ਸੰਮਤੀ ਅਮਰੀਕਾ ਦੇ ਸ਼ਹਿਰ ਗਲਾਸਗੋ 'ਚ ਹੋ ਰਹੀ ਆ, ਜਿੱਥੇ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਨੇ ਖੁਦ ਜੋਏ ਬਾਈਡਨ ਨੇ ਖੁਦ ਉਹਨਾਂ ਨੂੰ ਸੱਦਾ ਦਿੱਤਾ ਆ ਇਸ ਲੜਕੀ ਨੂੰ ਆਉਣ ਦਾ, ਅਤੇ ਪਰਸਨਲ ਮੀਟਿੰਗ ਕਰਨ ਦੀ ਵੀ ਗੱਲ ਕੀਤੀ ਆ ਵਾਤਾਵਰਨ ਦੇ ਉੱਤੇ। ਲੇਕਿਨ ਗ੍ਰੇਟਾ ਥਨਬਰਗ ਨੇ ਕਿਹਾ ਹੈਗਾ ਕਿ ਉਹ ਜ਼ਰੂਰ ਜਾਏਗੀ ਸੱਦੇ ਉੱਪਰ ਜੇ ਉਹਨਾਂ ਨੂੰ ਫਾਰਮਲ ਸੱਦਾ ਆਉਂਦਾ ਆ। ਲੇਕਿਨ ਉਹਨਾਂ ਨੂੰ ਨਾਲ ਹੀ ਉਹਨੇ ਬੜੀ ਨਿਰਾਸ਼ਾ ਪ੍ਰਗਟ ਕੀਤੀ ਕਿ ਮੈਨੂੰ ਕੋਈ ਬਹੁਤ ਜ਼ਿਆਦਾ ਉਮੀਦ ਨਹੀਂ ਹੈਗੀ ਇਸ ਗੱਲ ਦੇ ਉੱਤੋਂ, ਕਿਉਂਕਿ ਉਹ ਪਹਿਲਾਂ ਵੀ ਅਲੱਗ-ਅਲੱਗ ਜਿਹੜੀਆਂ ਸੰਮਤੀ ਆ ਉਹਦੇ ਉੱਪਰ ਆਪਣੇ ਵਿਚਾਰ ਪ੍ਰਗਟ ਕਰਕੇ ਕਹਿ ਰਹੀ ਆ ਕਿ ਇਹ ਜਿਹੜੀਆਂ ਸੰਮਤੀਆਂ ਹੈਗੀਆਂ ਉਹਨਾਂ ਦੇ ਵਿਚਾਰ ਵਟਾਂਦਰਾ ਕੀਤਾ ਜਾਂਦਾ, ਸਿਰਫ ਵਿਚਾਰ ਹੀ ਦੱਸੇ ਜਾਂਦੇ ਆ, ਅਮਲ ਕੁਛ ਨਹੀਂ ਕੀਤਾ ਜਾਂਦਾ। ਬੜੀ ਡੇਅਰ ਲੜਕੀ ਆ ਉਹ। ਸੋ ਅੱਜ ਦੁਬਾਰਾ ਹੁਣ ਜਿਹੜਾ ਹੈਗਾ 28 ਸਤੰਬਰ ਨੂੰ ਵੀ ਉਹਨੇ ਅੰਤਰਰਾਸ਼ਟਰੀ ਲੀਗ ਦੇ ਵਿੱਚ ਬੋਲਦਿਆਂ ਸਿੱਧੇ ਤੌਰ 'ਤੇ ਜਿਹੜੇ ਵਰਲਡ ਦੇ ਵੱਡੇ ਲੀਡਰ ਆ ਉਹਨਾਂ ਦੇ ਉੱਪਰ ਸਵਾਲ ਉਠਾਏ ਸੀ। ਹੁਣ ਦੁਬਾਰਾ ਜਿਹੜਾ ਉਹਨੂੰ ਸੱਦਾ ਇਸ ਮੀਟਿੰਗ ਵਿੱਚ ਦਿੱਤਾ ਗਿਆ। ਫਿਲਪਾਈਨ ਤੋਂ ਖਬਰ ਆ, ਫਿਲਪਾਈਨ 'ਚ ਹੜ੍ਹ ਆਇਆ। ਉੱਤਰੀ ਇਲਾਕੇ ਦੇ ਵਿੱਚ ਹੜ੍ਹ ਆਉਣ ਨਾਲ 11 ਮੌਤਾਂ ਹੁਣ ਤੱਕ ਹੋ ਚੁੱਕੀਆਂ। ਲੱਖਾਂ ਘਰ ਜਿਹੜੇ ਆ ਉਹ ਪਾਣੀ ਦੇ ਵਿੱਚ ਵਹਿ ਗਏ ਹੈਗੇ ਆ।
6500 ਦੇ ਕਰੀਬ ਜਿਹੜੇ ਲੋਕ ਆ ਉਹ ਬੇਘਰ ਹੋ ਗਏ। ਉਹਨਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਵੱਡੀ ਪੱਧਰ 'ਤੇ ਜਿਹੜਾ ਤੂਫਾਨ ਆਉਣ ਦੇ ਨਾਲ ਜਾਂ ਦਰਖਤ ਰੁੜਨ ਦੇ ਨਾਲ ਜਿਹੜਾ ਬਿਜਲੀ ਸਪਲਾਈ ਉਹ ਕੱਟੀ ਗਈ ਆ। ਬਿਜਲੀ ਸੰਕਟ ਵੀ ਐਜ ਵੈਲ ਐਜ ਪ੍ਰਭਾਵਿਤ ਹੋਇਆ ਆ। ਜਿਹੜੀ ਮਨੁੱਖੀ ਅਧਿਕਾਰ ਸੰਸਥਾਵਾਂ ਆ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਉੱਥੇ ਜਿਹੜੇ ਸਥਾਨਕ ਲੋਕ ਆ ਉਹਨਾਂ ਦੀ ਫੂਡ ਸ਼ੈਲਟਰ ਜਾਂ ਕੱਪੜੇ ਵੱਲੋਂ ਹੈਲਪ ਕੀਤੀ ਜਾਵੇ। ਯੂਰਪ ਤੋਂ ਖਬਰ ਹੈਗੀ ਆ, ਯੂਰਪ ਦੀ ਅਦਾਲਤ ਨੇ, ਆਪਾਂ ਨੂੰ ਇਹ ਯਾਦ ਹੋਣਾ ਕਿ ਫਰਾਂਸ ਦੇ ਵਿੱਚ ਵੱਡੀ ਪੱਧਰ 'ਤੇ ਜਿਹੜੇ ਕੈਥੋਲਿਕ ਚਰਚ ਹੈਗੇ ਆ ਉਹਦੇ ਵਿੱਚ ਬੱਚਿਆਂ ਦੇ ਨਾਲ ਅਬਿਊਸਿਵ ਬਿਹੇਵ ਦੀਆਂ ਖਬਰਾਂ ਆਈਆਂ ਸੀਗੀਆਂ ਪਾਦਰੀਆਂ ਵੱਲੋਂ, ਪ੍ਰੀਸਟ ਵੱਲੋਂ। ਇਹਦੇ ਸੰਬੰਧ ਵਿੱਚ ਬੈਲਜੀਅਮ ਦੇ 28 ਜਿਹੜੇ ਪੀੜਤ ਲੋਕ ਆ ਉਹਨਾਂ ਵੱਲੋਂ ਇੱਕ ਅਪੀਲ ਪਾਈ ਗਈ ਸੀਗੀ ਬਕਾਇਦਾ ਯੂਰਪ ਦੀ ਅਦਾਲਤ ਦੇ ਵਿੱਚ। ਵੈਟੀਕਨ ਜਿਹੜੀ ਮੇਨ ਪੋਪ ਹੈਗੇ ਆ, ਜਿਹੜੀ ਚਰਚ ਹੈਗੀ ਉਹਦੇ ਖਿਲਾਫ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਐਟਲੀਸਟ ਇਹ ਸਾਰੀਆਂ ਕੈਥੋਲਿਕ ਚਰਚਾਂ ਹੈਗੀਆਂ ਇਹਨਾਂ ਨੂੰ ਵੈਟੀਕਨ ਤੋਂ ਹੀ ਜਿਹੜਾ ਆ ਨਿਰਦੇਸ਼ ਮਿਲ ਰਹੇ ਆ, ਚਲਾਏ ਜਾ ਰਹੇ ਆ, ਵੈਟੀਕਨ ਨੂੰ ਸਮਰਪਿਤ ਹੈਗੀਆਂ ਨੇ। ਅਤੇ ਜਿਹੜੇ ਉੱਥੋਂ ਦੇ ਪੋਪ ਹੈਗੇ ਆ ਭਾਵ ਉਹ ਵੀ ਜ਼ਿੰਮੇਵਾਰ ਹੈਗੇ, ਕਿਉਂਕਿ ਉਹਨਾਂ ਨੇ ਇੰਨਾ ਲੰਬਾ ਸਮਾਂ ਜਿਹੜੇ ਇਹ ਪਾਦਰੀ ਜਿਹੜੇ ਸੀ ਵਧੀਕੀਆਂ ਕਰ ਰਹੇ ਸੀ ਉਹਨਾਂ ਨੂੰ ਕਵਰ ਅਪ ਕੀਤਾ, ਬਜਾਏ ਇਸ ਗੱਲ ਦੇ ਕਿ ਉਹਨਾਂ ਨੂੰ ਕਾਊਂਟੇਬਲ ਠਹਿਰਾਇਆ ਜਾਂਦਾ। ਇਹ ਅਦਾਲਤ ਵਿੱਚ ਅਪੀਲ ਪਾਈ ਹੋਈ ਸੀ, ਲੇਕਿਨ ਅਦਾਲਤ ਨੇ ਇਹ ਅਪੀਲ ਇਹ ਕਹਿੰਦਿਆਂ ਰੱਦ ਕਰ ਦਿੱਤੀ ਆ ਕਿ ਪੋਪ ਜਾਂ ਵੈਟੀਕਨ ਜਿਹੜਾ ਹੈਗਾ ਆਮ ਅਦਾਲਤਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਉਹਦੀ ਸੋਵਰਨਟੀ ਜਿਹੜੀ ਹੈਗੀ ਆ ਅਦਾਲਤਾਂ ਤੋਂ ਕਿਤੇ ਉੱਪਰ ਆ। ਇਸ ਤੋਂ ਇਲਾਵਾ ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਬੈਲਜੀਅਮ ਦੇ ਵਿੱਚ ਜ਼ਿਆਦਾਤਰ ਇਹ ਘਟਨਾਵਾਂ ਵਾਪਰੀਆਂ ਕਿਉਂਕਿ ਜਿਹੜੇ ਪਟੀਸ਼ਨਰ ਸੀਗੇ ਉਹ ਬੈਲਜੀਅਮ ਦੇ ਸੀਗੇ, ਅਤੇ ਬੈਲਜੀਅਮ 'ਚ ਵਾਪਰੀਆਂ ਘਟਨਾਵਾਂ ਲਈ ਜਿਹੜੇ ਸੀਗੇ ਯੂਰਪ ਦੇ ਵਿੱਚ ਵੈਟੀਕਨ ਦੇ ਵਿੱਚ ਜਿਹੜੀ ਮੇਨ ਜਿਹੜੀ ਸੰਸਥਾ ਹੈਗੀ ਆ ਕ੍ਰਿਸਚੈਨਿਟੀ ਦੀ, ਕੈਥੋਲਿਕ ਦੀ ਸੌਰੀ, ਵੀ ਉਹਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਹ ਇੱਕ ਮੇਜਰ ਅਪਡੇਟ ਹੈਗੀ ਆ। ਵੈਸੇ ਪਹਿਲਾਂ ਇੱਥੇ ਸਾਡੇ ਕੈਨੇਡਾ ਦੇ ਵਿੱਚ ਵੀ ਇਹ ਖਬਰਾਂ ਆਈਆਂ, ਕੈਥੋਲਿਕ ਚਰਚ ਦੇ ਵਿੱਚ ਬੱਚਿਆਂ ਦੇ ਜਿਹੜੇ ਮੂਲ ਨਿਵਾਸੀ ਭਾਈਚਾਰੇ ਦੇ ਬੱਚੇ ਸੀਗੇ ਉਹਨਾਂ ਨਾਲ ਵੱਡੇ ਪੱਧਰ 'ਤੇ ਜ਼ੁਲਮ ਦੀਆਂ ਖਬਰਾਂ ਆਈਆਂ ਨੇ। ਅਜੇ ਉਹਦੀ ਜਾਂਚ ਚੱਲ ਰਹੀ ਆ। ਬੜੀ ਵੱਡੀ ਪੱਧਰ 'ਤੇ ਖਬਰਾਂ ਜਿਹੜੀਆਂ ਪਾਈਆਂ ਗਈਆਂ, ਇਹ ਕਿਹਾ ਗਿਆ ਕਿ ਜਿਹੜੇ ਮੂਲ ਨਿਵਾਸੀ ਬੱਚੇ ਆ ਲੋਕ ਆ ਉਹਨਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਉਹਨਾਂ ਤੋਂ ਅਲੱਗ ਇਸ ਕਰਕੇ ਕੀਤਾ ਗਿਆ ਕਿ ਉਹਨਾਂ ਦੀ ਜਿਹੜੀ ਸੋਚ ਆ ਉਹ ਬਦਲ ਦਿੱਤੀ ਜਾਵੇ, ਉਹਨਾਂ ਦੇ ਸੱਭਿਆਚਾਰ ਨਾਲ ਉਹਨਾਂ ਨੂੰ ਤੋੜ ਦਿੱਤਾ ਜਾਵੇ। ਇਹ ਘਟਨਾ ਬਿਲਕੁਲ ਇਸ ਚੀਜ਼ ਨਾਲ ਮੈਚ ਕਰਦੀ ਆ ਜਿਵੇਂ ਬ੍ਰਿਟਿਸ਼ ਰਾਜ ਦੌਰਾਨ ਜਦੋਂ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਹਨਾਂ ਮਹਾਰਾਜਾ ਦਲੀਪ ਸਿੰਘ ਨੂੰ 9 ਸਾਲ ਦੀ ਮਹਿਜ ਉਮਰ ਦੇ ਵਿੱਚ, 11 ਸਾਲ ਦੀ ਉਮਰ ਦੇ ਵਿੱਚ ਹੀ ਪੰਜਾਬ ਤੋਂ ਪਹਿਲਾਂ ਕਲਕੱਤੇ ਲੈ ਕੇ ਗਏ, ਕਲਕੱਤੇ ਤੋਂ ਫਿਰ ਉਹ ਇੰਗਲੈਂਡ ਲੈ ਕੇ ਗਏ ਅਤੇ ਉਹਨਾਂ ਨੇ ਉਹਨਾਂ ਦਾ ਧਰਮ ਜਿਹੜਾ ਸੀ ਉਹ ਤਬਦੀਲ ਕਰ ਦਿੱਤਾ। ਉਹਨਾਂ ਦੀ ਜਿਹੜੇ ਸਿੱਖੀ ਦੀਆਂ ਰਹੁ ਰਾਤਾਂ ਸੀਗੀਆਂ ਉਹ ਵੀ ਉਹਨਾਂ ਤੋਂ ਦੂਰ ਕਰ ਦਿੱਤਾ ਗਿਆ। ਬਹੁਤ ਲੰਬੇ ਸਮੇਂ ਬਾਅਦ ਜਦੋਂ ਉਹਨਾਂ ਦੀ ਮਹਾਰਾਣੀ ਜਿੰਦਾ ਉਹਨਾਂ ਨੂੰ ਮਿਲੀ ਅਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਨਾਂ ਤੋਂ ਕਿਹੜੀ ਚੀਜ਼ ਜਿਹੜੀ ਹੈ ਖੋਹ ਲਈ ਗਈ ਆ। ਸੋ ਮੇਰੇ ਕਹਿਣ ਤੋਂ ਭਾਵ ਸੀਗੇ ਕਿ ਅੰਗਰੇਜ਼ਾਂ ਦੀ ਇੱਕ ਪਾਲਿਸੀ ਸੀ ਉਸ ਟਾਈਮ ਦੇ ਉੱਪਰ ਕਿ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਹੁੰਦਾ ਸੀ, ਜਿਹੜੀ ਕਮਿਊਨਿਟੀ 'ਤੇ ਰੂਲ ਕਰਨਾ ਹੁੰਦਾ ਸੀ, ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਕਿ ਉਹਨਾਂ ਦੇ ਕਲਚਰ ਤੋਂ ਤੋੜ ਦਿੱਤਾ ਜਾਵੇ। ਕੈਲੀਫੋਰਨੀਆ ਤੋਂ ਖਬਰ ਹੈਗੀ ਆ, ਅਮਰੀਕਾ ਤੋਂ ਇੱਕ ਜਹਾਜ਼ ਜਿਹੜਾ ਰਿਹਾਇਸ਼ੀ ਏਰੀਏ 'ਚ, ਭਾਰ ਵਸੋਂ ਵਾਲੀ ਏਰੀਏ 'ਚ ਡਿੱਗਾ, ਕਰੈਸ਼ ਹੋ ਕੇ, ਜਿਹਦੀ ਵਜ੍ਹਾ ਕਰਕੇ 2 ਲੋਕਾਂ ਦੀ ਮੌਤ ਹੋ ਗਈ, ਕਈ ਘਰਾਂ ਨੂੰ ਅੱਗ ਲੱਗ ਗਈ। ਇਹਦੇ ਵਿੱਚ ਜਿਹੜੇ ਮਾਰੇ ਜਾਣ ਵਾਲੇ ਲੋਕ ਸੀਗੇ, UPS ਡਰਾਈਵਰ ਸੀਗਾ, ਇੱਕ ਹਸਪੀਟਲ ਦਾ ਚੀਫ ਸੀਗਾ, ਡਾਕਟਰ ਸੀਗਾ ਜਿਹੜਾ ਇਸ ਹਾਦਸੇ 'ਚ ਮਾਰਿਆ ਗਿਆ। ਅਜੇ ਹਾਦਸੇ ਦੇ ਕਾਰਨਾਂ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ, ਕੋਈ ਸਾਹਮਣੇ ਨਹੀਂ ਆਇਆ ਕਾਰਨ, ਲੇਕਿਨ ਇਹ ਵੱਡੀ ਗੱਲ ਸੀ ਕਿ ਵਸੋਂ ਵਾਲੀ ਏਰੀਏ 'ਚ ਕਰੈਸ਼ ਹੋਇਆ ਜਹਾਜ਼ ਅਤੇ ਹੋਰ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਸੀਗੀ, ਲੇਕਿਨ ਬਚਾਅ ਹੋਇਆ। 2 ਲੋਕ ਜਿਹੜੇ ਆ ਫਿਲਹਾਲ ਮਾਰੇ ਗਏ ਆ। ਗ੍ਰੀਸ ਆਈਲੈਂਡ ਤੋਂ ਖਬਰ ਆ, ਗ੍ਰੀਸ ਆਈਲੈਂਡ ਦੇ ਵਿੱਚ ਅੱਜ ਬੀਤੇ ਮੇਰੇ ਖਿਆਲ 6 ਘੰਟਿਆਂ ਦੀ ਖਬਰ ਹੈਗੀ ਆ, 6.3 ਦੀ ਤੀਬਰਤਾ ਦੇ ਨਾਲ ਭੂਚਾਲ ਆ, ਜਿਹਦੀ ਵਜ੍ਹਾ ਕਰਕੇ ਸਮੁੰਦਰੀ ਤੱਟ ਦੇ ਵਿੱਚ ਸੁਨਾਮੀ ਜਿਹੜੀ ਆ ਉਹ ਦੇਖੀ ਗਈ। ਕਾਫੀ ਵੱਡੀ ਪੱਧਰ ਦੇ ਉੱਤੇ ਜਿਹੜਾ ਸਮੁੰਦਰੀ ਤੱਟ ਹੈਗਾ 6.3 ਤੀਬਰਤਾ ਦੇ ਨਾਲ ਜਿਹੜਾ ਭੂਚਾਲ ਆਇਆ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਪਿਛਲੇ 2 ਹਫ਼ਤਿਆਂ ਦੇ ਵਿੱਚ ਇਹ ਦੂਜੀ ਜਿਹੜੀ ਆ ਮੇਜਰ ਘਟਨਾ ਹੈਗੀ ਆ। ਅਗਲੀ ਖਬਰ ਅਮਰੀਕਾ ਤੋਂ ਹੈਗੀ ਆ। ਜਾਂਦਿਆਂ ਅਸੀਂ ਦੱਸਾਂਗੇ ਕਿ ਅਮਰੀਕਾ ਨੇ, ਜਦੋਂ ਆਪਾਂ ਪਹਿਲਾਂ 2 ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸ਼ੇਅਰ ਕੀਤੀ ਸੀ ਕਿ ਅਮਰੀਕਾ ਨੇ ਹੁਣ ਜਿਹੜੇ WHO ਤੋਂ ਅਪਰੂਵਡ ਵੈਕਸੀਨ ਹੈਗੀ ਆ ਉਹਨੂੰ ਪ੍ਰਵਾਨਗੀ ਦੇ ਦਿੱਤੀ ਆ, ਭਾਵ ਜਿਹੜੇ ਅੰਤਰਰਾਸ਼ਟਰੀ ਯਾਤਰੀ ਨੇ WHO ਤੋਂ ਅਪਰੂਵਡ ਵੈਕਸੀਨ ਲਈ ਹੋਏਗੀ ਉਹਨੂੰ ਦਾਖਲਾ ਅਮਰੀਕਾ 'ਚ ਮਿਲ ਸਕਦਾ। ਅੱਜ ਇਹਦੇ ਤਾਜ਼ੀ ਅਪਡੇਟ ਇਹ ਹੈਗੀ ਆ ਕਿ ਅਮਰੀਕਾ ਵੱਲੋਂ ਐਸਟਰਾਜੈਨੇਕਾ ਜਿਹੜੀ ਵੈਕਸੀਨ ਖਾਸ ਕਰਕੇ ਭਾਰਤ ਦੇ ਵਿੱਚ
ਮੋਸਟਲੀ ਲੋਕ ਇਹ ਲੈਂਦੇ ਹੈਗੇ ਆ, ਉਹਨੂੰ ਵੀ ਪ੍ਰਵਾਨਗੀ ਦਿੱਤੀ ਆ। ਭਾਵ ਜਿਨ੍ਹਾਂ ਨੇ ਐਸਟਰਾਜੈਨੇਕਾ ਦੀ ਡੋਜ਼ ਲਈ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਪ੍ਰੋਪਰ ਦਾਖਲਾ ਮਿਲ ਸਕੇਗਾ। ਇਹ ਅੱਜ ਦੀਆਂ ਖਬਰਾਂ ਸੀਗੀਆਂ ਦੋਸਤੋ। ਅਸੀਂ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਬੇਨਤੀ ਕਰਾਂਗੇ, ਕੈਨ ਪੰਜਾਬ ਮੀਡੀਆ ਦੇ ਵਿੱਚ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੋਵੇ ਉਹਨੂੰ ਉਤਸ਼ਾਹਿਤ ਕਰੋ। ਜੇ ਤੁਹਾਨੂੰ ਕੋਈ ਕਮੀ ਲੱਗਦੀ ਹੋਵੇ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਜੇ, ਕਮੈਂਟ ਕਰ ਸਕਦੇ ਜੇ। ਕੈਨ ਪੰਜਾਬ ਮੀਡੀਆ ਨੂੰ ਸਹਿਯੋਗ ਕਰਨ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੇ ਪ੍ਰੋਗਰਾਮਾਂ ਬਾਰੇ ਜਿਹੜੀ ਜਾਣਕਾਰੀ ਆ ਨੋਟੀਫਿਕੇਸ਼ਨ ਮਿਲਦੇ ਰਹਿਣ। ਇਹਦੇ ਲਈ ਤੁਸੀਂ ਜਿਹੜੀ ਬੈਲ ਦਾ ਆਈਕਨ ਆ ਉਸ ਨੂੰ ਜ਼ਰੂਰ ਕਲਿੱਕ ਕਰੋ ਤਾਂ ਜੋ ਅਸੀਂ ਚੰਗੇ ਵਿਚਾਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਸ਼ੇਅਰ ਕਰ ਸਕੀਏ। ਮੈਂ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।